हाँ जी, सत श्री अकाल बच्चों, स्वागत करदा ਹਾਂ ਸਟੱਡੀ ਹਬ ਵੇ ਟੂ ਸਕਸੈਸ ਤੇ। ਅਸੀਂ ਜਿੰਨੇ ਵੀ ਪੰਜਾਬ ਦੇ ਐਗਜ਼ਾਮ ਹੋਣੇ ਹਨ ਉਹਨਾਂ ਲਈ ਕਮਾਂਡ ਸਬਜੈਕਟ ਕੰਪਲੀਟ ਡਿਸਕਸ ਕਰ ਰਹੇ ਹਾਂ, ਜਿਸ ਦਾ ਸਾਡਾ ਅੱਜ ਸੈਕਿੰਡ ਲੈਕਚਰ ਹੈ, ਜਿਹਦੇ ਵਿੱਚ ਅਸੀਂ ਫਸਟ ਟੌਪਿਕ ਰੇਸ਼ੀਓ ਐਂਡ ਪ੍ਰਪੋਰਸ਼ਨ ਲਿਆ, ਜਿਸ ਦੀ ਅੱਜ ਸੈਕਿੰਡ ਕਲਾਸ ਹੈ। ਜੋ ਬੱਚੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਐਂਡ ਉਹ ਪਹਿਲੀ ਕਲਾਸ ਦੇਖ ਕੇ ਫਿਰ ਦੂਸਰੀ ਕਲਾਸ 'ਤੇ ਆਉਣ, ਤਾਂ ਕਿ ਉਹਨਾਂ ਨੂੰ ਕੰਸੈਪਟ ਸਮਝਣ ਵਿੱਚ ਆਸਾਨੀ ਹੋਵੇ। ਠੀਕ ਆ, ਕਲੀਅਰ ਆ ਇੱਥੇ ਤੱਕ ਗੱਲ? ਹੁਣ ਅੱਜ ਦੀ ਕਲਾਸ ਸ਼ੁਰੂ ਕਰ ਲਈਏ। ਚਲੋ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦੀ ਕਲਾਸ ਅਸੀਂ ਸ਼ੁਰੂ ਕਰਦੇ ਹਾਂ। ਸਾਡਾ ਰੇਸ਼ੀਓ ਐਂਡ ਪ੍ਰਪੋਰਸ਼ਨ ਟੌਪਿਕ ਚੱਲ ਰਿਹਾ ਸੀ, ਜਿਸ ਦਾ ਅੱਜ ਸੈਕਿੰਡ ਪਾਰਟ ਹੈ। ਅੱਛਾ, ਅਸੀਂ ਕੱਲ ਜੇ ਦੇਖੀਏ ਅਸੀਂ ਪਿਛਲੀ ਕਲਾਸ ਵਿੱਚ ਕੀ ਕੁਛ ਕੀਤਾ ਸੀ, ਉਸ ਦੇ ਮਾੜੇ ਜਿਹੇ ਹਿੰਟ ਲੈ ਲਈਏ ਤਾਂ ਕੀ ਕੀਤਾ ਸੀ ਅਸੀਂ ਲਾਸਟ ਕਲਾਸ ਵਿੱਚ ਦੇਖਿਆ ਸੀ ਵਟ ਇਜ਼ ਰੇਸ਼ੀਓ। ਰੇਸ਼ੀਓ ਕੀ ਹੈ? ਰੇਸ਼ੀਓ ਦੋ ਜਾਂ ਦੋ ਤੋਂ ਵੱਧ ਸੰਖਿਆਵਾਂ ਦਾ ਕੰਪੈਰੀਜ਼ਨ ਹੈ ਜਿਨ੍ਹਾਂ ਦੇ ਯੂਨਿਟ ਸੇਮ ਹੋਣ। ਠੀਕ ਆ, ਇਹ ਗੱਲ ਮੈਂ ਤੁਹਾਨੂੰ ਲਾਸਟ ਕਲਾਸ ਵਿੱਚ ਦੱਸੀ ਸੀ। ਉਸ ਤੋਂ ਬਾਅਦ ਅਸੀਂ ਕੀ ਦੇਖਿਆ ਸੀ? ਉਸ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਬੇਸਿਕ ਕੰਸੈਪਟ ਸਮਝਿਆ ਸੀ। ਬੇਸਿਕ ਕੰਸੈਪਟ ਕਿਵੇਂ? ਅਸੀਂ ਕੁਐਸਚਨ ਦੇ ਫਾਰਮ ਵਿੱਚ ਬੇਸਿਕ ਕੰਸੈਪਟ ਸਮਝੇ ਸੀ। ਮੈਂ ਤੁਹਾਨੂੰ ਕੁਐਸਚਨ ਦਿੰਦਾ ਹੁੰਦਾ ਸੀ, ਨਾਲ ਤੁਹਾਨੂੰ ਬੇਸਿਕ ਕੰਸੈਪਟ ਦੱਸਦਾ ਹੁੰਦਾ ਸੀ। ਇਹ ਸਭ ਕੁਛ ਯਾਦ ਹੈ ਨਾ? ਉਮੀਦ ਕਰਾਂ ਤੁਸੀਂ ਰਿਵਾਈਜ਼ ਕਰਕੇ ਆਏ ਹੋਵੋਗੇ। ਉਸ ਤੋਂ ਬਾਅਦ ਅਸੀਂ ਟਾਈਪਸ ਆਫ ਰੇਸ਼ੀਓ ਦੇਖੇ ਸੀ, ਜਿਸ ਵਿੱਚ ਅਸੀਂ ਕੀ ਕੀਤੀ? ਡੁਪਲੀਕੇਟ ਰੇਸ਼ੀਓ, ਸਬ ਡੁਪਲੀਕੇਟ ਰੇਸ਼ੀਓ, ਟ੍ਰਿਪਲੀਕੇਟ ਰੇਸ਼ੀਓ, ਸਬ ਟ੍ਰਿਪਲੀਕੇਟ ਰੇਸ਼ੀਓ ਐਂਡ ਦੈਨ ਅਸੀਂ ਕੀ ਕੀਤਾ ਸੀ? ਮਿਕਸਡ ਰੇਸ਼ੀਓ। ਅਤੇ ਸਭ ਤੋਂ ਕੀ ਇੰਪੋਰਟੈਂਟ ਸੀ? ਹਾਊ ਟੂ ਫਾਈਂਡ ਰੇਸ਼ੀਓ। ਉਹਦੇ ਵਿੱਚ ਕੀ ਦੱਸਿਆ ਸੀ ਮੈਂ ਤੁਹਾਨੂੰ? ਯੂਨਿਟ ਸੇਮ ਹੋਣੇ ਚਾਹੀਦੇ ਨੇ ਜਦੋਂ ਆਪਾਂ ਦੋ ਸੰਖਿਆਵਾਂ ਦਾ ਰੇਸ਼ੀਓ ਕੱਢਣਾ, ਕਿਉਂਕਿ ਦੇਖੋ ਮੈਥ ਵਿੱਚ ਆਪਾਂ ਐਂ ਨਹੀਂ ਕਹਿ ਸਕਦੇ ਦੋ ਵਸਤੂਆਂ ਦਾ ਜਾਂ ਕੁਛ ਵੀ। ਵਸਤੂਆਂ ਹਮੇਸ਼ਾ ਕੀ ਹੁੰਦੀਆਂ ਨੇ? ਉਹ ਸੰਖਿਆਵਾਂ ਵਿੱਚ ਹੀ ਹੁੰਦੀਆਂ ਨੇ ਵਸਤੂਆਂ। ਇਸ ਲਈ ਆਪਾਂ ਸਿੰਪਲ ਕੀ ਕਹਾਂਗੇ ਵੀ ਆਪਾਂ ਜਦੋਂ ਦੋ ਸੰਖਿਆਵਾਂ ਦਾ ਰੇਸ਼ੀਓ ਕੱਢਣਾ ਤਾਂ ਉਹਨਾਂ ਦੇ ਯੂਨਿਟ ਸੇਮ ਹੋਣੇ ਚਾਹੀਦੇ ਨੇ, ਸਿੰਪਲੈਸਟ ਫਾਰਮ ਹੋਣੀ ਚਾਹੀਦੀ ਹੈ। ਜਿਵੇਂ ਆਪਾਂ ਹੁਣ ਐਂ ਕਹੀਏ ਵੀ 2:4, ਇਹ ਚਲੋ ਆਪਾਂ ਰੇਸ਼ੀਓ ਕਹਿ ਤਾਂ ਸਕਦੇ ਹਾਂ, ਬਟ ਕੀ ਹੋਣਾ? ਰੇਸ਼ੀਓ ਕੀ ਹੋਣਾ? ਐਕਚੁਅਲ ਰੇਸ਼ੀਓ ਕੀ ਹੋਣਾ? 1:2, ਕਿਉਂਕਿ ਸਿੰਪਲੈਸਟ ਫਾਰਮ ਹੋਣੀ ਚਾਹੀਦੀ ਆ। ਐਂਡ ਕੀ ਹੋਣਾ ਚਾਹੀਦਾ? ਉਸ ਤੋਂ ਬਾਅਦ ਫਰੈਕਸ਼ਨ ਵਿੱਚ ਨਹੀਂ ਹੋਣੇ ਚਾਹੀਦੇ। ਜਿਵੇਂ ਮੈਂ ਕਹਾਂ ਵੀ ਜੇ 1/2 ਰੇਸ਼ੀਓ 1/3, ਤਾਂ ਇਸ ਦਾ ਰੇਸ਼ੀਓ ਕੀ ਹੋਵੇਗਾ? ਇਹਨੂੰ ਆਪਾਂ ਰੇਸ਼ੀਓ ਨਹੀਂ ਕਹਾਂਗੇ, ਇਹਦਾ ਰੇਸ਼ੀਓ ਕੀ ਹੋਵੇਗਾ? 3:2। ਇਹ ਮੈਂ ਤੁਹਾਨੂੰ ਲਾਸਟ ਕਲਾਸ ਵੀ ਦੱਸਿਆ ਸੀ ਵੀ ਇਹ ਕੀ ਹੁੰਦੇ ਨੇ, ਇਹ ਇੱਧਰ ਗੁਣਾ ਹੋ ਜੂ, ਇਹ ਇੱਧਰ, ਇਹਦਾ ਰੇਸ਼ੀਓ ਕੀ ਬਣ ਜੂਗਾ? 3:2। ਫਰੈਕਸ਼ਨ ਰਿਮੂਵ ਕਰਕੇ ਜੋ ਰੇਸ਼ੀਓ ਆਊਗਾ ਉਹ ਹੋਊਗਾ ਐਕਚੁਅਲ ਰੇਸ਼ੀਓ। ਠੀਕ ਆ, ਇੱਥੇ ਤੱਕ ਉਮੀਦ ਕਰਦਾ ਤੁਸੀਂ ਸਾਰੇ ਰਿਵਾਈਜ਼ ਕਰਕੇ ਆਏ ਹੋਵੋਗੇ। ਹੁਣ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਦੇਖਦੇ ਹਾਂ। ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਕੀ ਹੈ? ਦੇਖੋ, ਇੱਕ ਬੇਕਰੀ 4 ਗਾਹਕ ABCD ਨੂੰ, ਇਹਦਾ ਕਹਿਣ ਦਾ ਮਤਲਬ ਹੈ ਕਿ ਇੱਕ ਬੇਕਰੀ ਆ, ਉਹਦੇ 4 ਗਾਹਕਾਂ ਨੂੰ 4:20 6:3 ਦੇ ਅਨੁਪਾਤ ਵਿੱਚ 90 ਕਿਲੋਗ੍ਰਾਮ ਮਿਠਾਈ ਵੰਡਦੀ ਹੈ। ਜੇਕਰ C ਦਾ ਹਿੱਸਾ D ਦੇ ਹਿੱਸੇ ਤੋਂ 15 ਕਿਲੋ ਵੱਧ ਹੈ ਤਾਂ B ਦੇ ਅਤੇ D ਦੇ ਭਾਗਾਂ ਵਿਚਕਾਰ ਅੰਤਰ ਕੀ ਹੈ? ਅਨੁਪਾਤ ਕੀ ਹੈ? ਦੇਖੋ, ਇਹ ਕਹਿ ਰਿਹਾ ਵੀ ABCD। ਕੁਐਸਚਨ ਦਾ ਕਹਿਣ ਦਾ ਮਤਲਬ ABCD 4 ਗਾਹਕ ਨੇ, ਉਹਨਾਂ ਨੂੰ ਆਪਾਂ ਮਿਠਾਈ ਵੰਡਣੀ ਆ। ਕਿਹੜੇ ਅਨੁਪਾਤ ਵਿੱਚ? ਅੱਗੇ ਅਨੁਪਾਤ ਦਿੱਤਾ ਹੋਇਆ 4। ਉਸ ਤੋਂ ਬਾਅਦ B ਦਾ ਅਨੁਪਾਤ ਕੀ ਆ? B। ਇਸ ਨੂੰ ਆਪਾਂ ਜੇ ਆਪਾਂ ਚਲੋ ਇੱਥੇ ਤੁਹਾਨੂੰ ਡਾਊਟ ਹੋ ਰਿਹਾ ਹੋਣਾ, ਤੁਸੀਂ ਕਨਫਿਊਜ਼ ਹੋ ਰਹੇ ਹੋਵੋਗੇ। ਇੱਥੇ ਆਪਾਂ ਇਹਨੂੰ ਐਂ ਕਰਦੇ ਹਾਂ, ਇਹਨੂੰ X ਲੈ ਕੇ ਚੱਲਦੇ ਹਾਂ। B ਦਾ ਹਿੱਸਾ ਕੀ ਆ? X ਮੰਨ ਕੇ ਚੱਲੋ, ਕਿਉਂਕਿ ਆਪਾਂ ਬਚਪਨ ਤੋਂ X ਮੰਨ ਕੇ ਚੱਲਦੇ ਹੁੰਦੇ ਹਾਂ। ਤੁਹਾਡੇ ਲਈ ਇਹ ਆਸਾਨ ਰਹੂਗਾ। ਚਲੋ X ਮੰਨ ਲਓ, ਇਹਨੂੰ ਆਪਾਂ B ਨਹੀਂ ਮੰਨਦੇ, ਇਹਨੂੰ ਆਪਾਂ ਕੀ ਮੰਨਾਂਗੇ? X। ਠੀਕ ਆ ਇੱਥੇ X। C ਦਾ ਹਿੱਸਾ ਕਿੰਨਾ? 6। D ਦਾ ਹਿੱਸਾ ਕਿੰਨਾ? 3। ਹੁਣ ਅੱਗੇ ਕੀ ਕਹਿ ਰਿਹਾ ਵੀ 90 ਕਿਲੋਗ੍ਰਾਮ ਮਿਠਾਈ ਵੰਡਦਾ। ਇਸ ਹਿੱਸੇ ਵਿੱਚ ਜਿਵੇਂ ਇਸ ਅਨੁਪਾਤ ਵਿੱਚ ਇਹਨਾਂ ਨੂੰ 90 ਕਿਲੋਗ੍ਰਾਮ ਮਿਠਾਈ ਵੰਡੀ ਗਈ ਆ। ਹੁਣ ਸਾਨੂੰ ਨਹੀਂ ਪਤਾ ਕਿ ਮਿਠਾਈ ਕਿੰਨੀ ਸੀ, 90 ਕਿਲੋ ਦੀ ਜਾਂ ਕੁਝ ਵੀ ਸੀ। ਅਸੀਂ ਮੰਨ ਕੇ ਚੱਲ ਰਹੇ ਹਾਂ ਵੀ A ਨੂੰ 4 ਮਿਲਿਆ, B ਨੂੰ X, C ਨੂੰ 6 ਤੇ D ਨੂੰ 3। ਕੁਛ ਮਰਜ਼ੀ ਮਿਲਿਆ ਹੋਵੇ, ਅਸੀਂ ਅਜ਼ਿਊਮ ਕਰ ਲਿਆ ਵੀ ਇਹ ਹਿੱਸਾ ਇਹਨਾਂ ਨੂੰ ਮਿਲਿਆ। ਹਵਾ ਵਿੱਚ ਅਸੀਂ ਅਜ਼ਿਊਮ ਕਰ ਲਿਆ ਵੀ ਆਹ ਮਿਲਿਆ। ਠੀਕ ਆ, ਕੁਛ ਨਹੀਂ ਲੈਣਾ ਹਜੇ ਵੀ ਐਕਚੁਅਲ ਵੈਲਿਊ ਕੀ ਆ। ਉਸ ਤੋਂ ਬਾਅਦ ਜੇਕਰ C ਦਾ ਹਿੱਸਾ D ਦੇ ਹਿੱਸੇ ਨਾਲੋਂ 15 ਕਿਲੋ ਵੱਧ ਹੈ। ਅੱਗੇ ਕੀ ਕਹਿ ਰਿਹਾ ਵੀ ਜੇਕਰ C ਦਾ ਹਿੱਸਾ D ਦੇ ਹਿੱਸੇ ਨਾਲੋਂ 15 ਕਿਲੋ ਵੱਧ ਹੈ
ਮੈਂ ਤੁਹਾਨੂੰ ਪਿਛਲੀ ਕਲਾਸ ਵਿੱਚ ਕੀ ਦੱਸਿਆ ਸੀ ਵੀ ਮੈਥ ਕੀ ਆ, ਬਸ ਇਹ ਵਰਡ ਜਿਵੇਂ ਵਰਡ ਦਿੱਤੇ ਹੁੰਦੇ ਨੇ ਉਸ ਨਾਲ ਆਪਾਂ ਉਹਨਾਂ ਵਰਡਾਂ ਨੂੰ ਸਮਝਣਾ, ਉਸ ਤੋਂ ਇਕੁਏਸ਼ਨ ਬਣਾਉਣੀ ਆ। ਜੇ ਤੁਹਾਨੂੰ ਇਕੁਏਸ਼ਨ ਬਣਾਉਣੀ ਆਉਂਦੀ ਆ ਤਾਂ ਤੁਸੀਂ ਮੈਥ ਦਾ ਕੋਈ ਵੀ ਕੁਐਸਚਨ ਆਸਾਨੀ ਨਾਲ ਸੋਲਵ ਕਰ ਲਓਗੇ। ਹੁਣ ਇੱਥੇ ਦੇਖੋ C ਦਾ ਹਿੱਸਾ D ਦੇ ਹਿੱਸੇ ਨਾਲੋਂ 15 ਕਿਲੋ ਵੱਧ ਹੈ। ਅਸੀਂ ਅਸਿਊਮ ਕੀਤਾ ਵੀ C ਦਾ ਹਿੱਸਾ ਕਿੰਨਾ 6, D ਦਾ 3। ਹੁਣ ਇਹਨਾਂ ਦਾ ਕਿੰਨਾ ਡਿਫਰੈਂਸ ਆ 3, ਬਟ ਜਿਹੜਾ ਐਕਚੁਅਲ ਆ ਉਹ ਕਿੰਨਾ ਕਹਿ ਰਿਹਾ, ਉਹ 15 ਕਿਲੋ ਕਹਿ ਰਿਹਾ। ਹੁਣ ਕੀ ਹੋ ਜਾਊਗਾ 3 ਕਿਹਦੇ ਬਰਾਬਰ ਆ 15 ਕਿਲੋ ਦੇ, ਕਿਉਂਕਿ ਜਿਹੜਾ ਅਸੀਂ ਅਸਿਊਮ ਕੀਤਾ, ਅਸੀਂ ਤਾਂ ਕੁਛ ਵੀ ਮੰਨ ਲਿਆ ਸੀ, ਅਸੀਂ ਅਸਿਊਮ ਕੀਤਾ 3 ਹੁਣ ਐਕਚੁਅਲ ਕਿਹਦੇ ਬਰਾਬਰ ਆ 15 ਦੇ। ਅੱਛਾ ਨੈਕਸਟ ਹੁਣ ਮੈਂ ਐਵੇਂ ਕਹਿ ਸਕਦਾ ਵੀ 3 ਜੇ 15 ਦੇ ਬਰਾਬਰ ਆ ਤਾਂ 15 ਕਿਹਦੇ ਬਰਾਬਰ ਆ 15 ਵੀ ਤਾਂ 3 ਦੇ ਬਰਾਬਰ, ਐਵੇਂ ਵੀ ਕਹਿ ਸਕਦੇ ਹਾਂ ਆਪਾਂ, ਐਵੇਂ ਕਹਿ ਸਕਦੇ ਹਾਂ ਨਾ ਜੇ 3 15 ਦੇ ਬਰਾਬਰ ਆ ਤਾਂ 15 ਨੂੰ ਐਵੇਂ ਵੀ ਕਹਿ ਸਕਦੇ ਆਪਾਂ, ਉਲਟਾ ਵੀ ਕਹਿ ਸਕਦੇ ਹਾਂ ਵੀ 15 3 ਦੇ ਬਰਾਬਰ ਆ ਹਨਾ। ਹੁਣ ਜੇ 15 3 ਦੇ ਬਰਾਬਰ ਆ ਤਾਂ 90 ਕਿਹਦੇ ਬਰਾਬਰ ਆ, 90 ਕਿੰਨਾ ਆ ਗਿਆ 15 ਛੀਕਾ 90, ਇਹ ਕਿੰਨਾ ਆ ਗਿਆ 18। ਇਹ ਹੁਣ ਕੀ ਆ ਗਿਆ, ਆਪਾਂ 90 ਕਿਲੋ ਜਿਹੜਾ ਦਿੱਤਾ ਹੋਇਆ ਸੀ ਇਹਨੂੰ ਆਪਾਂ ਰੇਸ਼ੀਓ ਵਿੱਚ ਕਨਵਰਟ ਕਰ ਲਿਆ, ਇਹ ਕਿੰਨਾ ਹੋ ਗਿਆ 18। ਹੁਣ ਦੇਖੋ ਇੱਥੇ 4x 6 ਤੇ 3 ਇਹ ਰੇਸ਼ੀਓ ਸੀ, ਇਹ ਵੀ ਰੇਸ਼ੀਓ ਹੋ ਗਿਆ। ਹੁਣ ਜਿਹੜਾ ਇਹਨਾਂ ਦਾ weight ਆ ਰੇਸ਼ੀਓ ਵਿੱਚ ਕਿੰਨਾ 18, ਤੇ ਇੱਧਰ ਜੇ ਆਪਾਂ ਇਹਨਾਂ ਨੂੰ ਐਡ ਕਰਾਂਗੇ A ਦਾ ਕਿੰਨਾ 4, B X C ਐਂਡ D, ਇਹ ਕਿਹਦੇ ਬਰਾਬਰ ਆ ਗਿਆ 18 ਦੇ। ਜਦੋਂ ਆਪਾਂ ਰੇਸ਼ੀਓ ਵਿੱਚ ਕਨਵਰਟ ਕੀਤਾ ਇਹ ਕਿੰਨਾ 90 kg ਕਿੰਨਾ ਬਣ ਗਿਆ 18 ਬਣ ਗਿਆ। ਠੀਕ ਹੈ, ਇੱਥੇ ਤੱਕ ਉਮੀਦ ਕਰਦਾ ਇੱਥੇ ਤੱਕ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹੋਵੋਗੇ। ਠੀਕ ਆ, ਹੁਣ ਤੱਕ ਸਮਝ ਲੱਗੀ ਹੋਊਗੀ। ਦੇਖੋ ਜਦੋਂ ਆਪਾਂ ਇਹਨਾਂ ਨੂੰ ਐਡ ਕਰਾਂਗੇ 4 ਤੇ 6 10, 10 ਤੇ 3 13x, ਜਦੋਂ ਇਹਨੂੰ ਆਪਾਂ x ਨੂੰ ਐਡ ਕਰਾਂਗੇ ਕਿੰਨਾ ਆ ਗਿਆ, ਇਹ 18 ਦੇ ਬਰਾਬਰ, x 18 ਮਾਈਨਸ 13 ਕਿੰਨਾ ਆ ਗਿਆ, x ਕਿੰਨਾ ਆ ਗਿਆ 5। ਹੁਣ x ਕੀ ਤੀ, x ਦੀ 5, x ਆਪਾਂ ਕਿਹਨੂੰ ਮੰਨਿਆ ਤੀ b ਦੀ ਵੈਲਿਊ ਨੂੰ ਆਪਾਂ x ਮੰਨਿਆ ਤੀ, ਇੱਥੇ b ਦੀ x ਦੀ ਜਗ੍ਹਾ ਤਾਂ ਕਿੰਨਾ ਆ ਜਾਊਗਾ 5। ਹੁਣ ਅੱਗੇ ਦੇਖੋ ਕੁਐਸਚਨ ਵਿੱਚ ਕੀ ਪੁੱਛਿਆ ਗਿਆ, b ਦੇ ਅਤੇ d ਦੇ ਭਾਗਾਂ ਵਿਚਕਾਰ ਅਨੁਪਾਤ ਕੀ ਹੈ। b ਦਾ ਅਨੁਪਾਤ ਕਿੰਨਾ ਐਂਡ d ਦਾ, b ਦਾ ਹੈ 5, d ਦਾ 3। ਇਹ ਆ ਗਿਆ ਆਨਸਰ ਤੁਹਾਡਾ। ਕੀ ਤੀ ਇਹਦੇ ਵਿੱਚ ਬਸ ਤੁਸੀਂ ਜੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਰਹੇ ਹੋ, ਕੁਐਸਚਨ ਨੂੰ ਜੇ ਚੰਗੀ ਤਰ੍ਹਾਂ ਪੜ੍ਹ ਰਹੇ ਹੋ, ਆਪ ਦੇ ਆਪ ਕੁਐਸਚਨ ਅੱਗੇ ਤੋਂ ਅੱਗੇ ਸੋਲਵ ਹੁੰਦਾ ਜਾ ਰਿਹਾ। ਬਸ ਤੁਸੀਂ ਜਿਵੇਂ ਜਿਵੇਂ ਕਹਿ ਰਿਹਾ ਉਵੇਂ ਕਰਨਾ, ਹੋਰ ਕੁਝ ਨਹੀਂ ਕਰਨਾ। ਪਹਿਲਾਂ ਇਹਨਾਂ ਦਾ ਹਿੱਸਾ ਦਿੱਤਾ ਹੋਇਆ ਤੇ ਅਨੁਪਾਤ ਵਿੱਚ ਅਸੀਂ ਉਹ ਕਰ ਲਿਆ, ਉਸ ਤੋਂ ਬਾਅਦ ਐਕਚੁਅਲ ਵੈਲਿਊ ਦਿੱਤੀ ਹੋਈ ਸੀ ਕਿੰਨੀ 90 ਕਿਲੋਗ੍ਰਾਮ, ਦੈਨ ਉਸ ਤੋਂ ਬਾਅਦ ਦੱਸਿਆ ਹੋਇਆ ਸੀ C ਦਾ ਹਿੱਸਾ D ਦੇ ਹਿੱਸੇ ਨਾਲੋਂ 15 ਕਿਲੋ ਵੱਧ ਆ। ਅਸੀਂ ਅਸਿਊਮ ਕੀਤਾ ਸੀ ਰੇਸ਼ੀਓ ਵਿੱਚ ਕਿੰਨਾ ਆ 3 ਕਿਹਦੇ ਬਰਾਬਰ ਹੋ ਗਿਆ 15 ਦੇ। 15 ਜੇ 15 3 ਦੇ ਬਰਾਬਰ ਆ, ਜੇ 3 15 ਦੇ ਬਰਾਬਰ ਆ ਤਾਂ 15 3 ਦੇ ਬਰਾਬਰ ਵੀ ਆ, ਇਹ ਆਪਾਂ ਕਹਿ ਸਕਦੇ ਹਾਂ। 3/15 ਹੋ ਗਿਆ, 6 ਕਿਹਦੇ ਬਰਾਬਰ ਹੋਗਾ 90 ਕਿਹਦੇ ਬਰਾਬਰ ਹੋ ਗਿਆ 90 ਬਰਾਬਰ ਹੋ ਗਿਆ 18 ਦੇ। 6 ਤੇ 3 ਨੂੰ ਗੁਣਾ ਕਰਾਂਗੇ 18 kg, 90 kg ਨੂੰ ਜੇ ਆਪਾਂ ਰੇਸ਼ੀਓ ਵਿੱਚ ਚੇਂਜ ਕਰਾਂਗੇ ਉਹ ਕਿੰਨਾ ਹੋ ਜਾਊਗਾ 18। ਠੀਕ ਆ, ਹੁਣ ਜਦੋਂ ਆਪਾਂ ਇਹਨਾਂ ਨੂੰ ਐਡ ਕਰਾਂਗੇ, ਇਹਨਾਂ ਨੂੰ ਰੇਸ਼ੀਓ ਨੂੰ ਐਡ ਕਰਾਂਗੇ, ਇਹ ਕਿਹਦੇ ਬਰਾਬਰ ਆ 18 ਦੇ। x ਕਿੰਨਾ ਆ ਗਿਆ 5 x ਕਿਹਦਾ ਤੀ ਆਪਾਂ x ਕਿਹਨੂੰ ਅਸਿਊਮ ਕੀਤਾ ਤੀ b ਨੂੰ, b ਕਿੰਨਾ ਆ ਗਿਆ 5 ਤੇ d 3। ਠੀਕ ਹੈ ਜੀ, ਇੱਥੇ ਤੱਕ ਕਲੀਅਰ ਆ। ਹੁਣ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਦੇਖੋ ਇਹ ਬਿਲਕੁਲ ਸੇਮ ਆ, ਇਹ ਤੁਹਾਡਾ ਹੋਮਵਰਕ ਆ। ਠੀਕ ਆ, ਇਹਨੂੰ ਤੁਸੀਂ ਆਪ ਕਰੋਗੇ, ਬਿਲਕੁਲ ਸੇਮ ਆ ਬਸ। ਚਲੋ ਨੈਕਸਟ ਦੇਖੋ, ਕਿਸੇ ਕੰਪਨੀ ਵਿੱਚ ਦਾ ਰੇਸ਼ੀਓ ਆਫ ਮੇਲ EMPLOYE ਐਂਡ ਫੀਮੇਲ EMPLOYE ਵਰਕਿੰਗ ਇਨ ਏ ਕੰਪਨੀ 7:6 in the number of male employee working in the company is the cube of the fourth smallest prime number, find the total number of employee working the company। ਇਸਦਾ ਕਹਿਣ ਦਾ ਮਤਲਬ ਕੀ ਆ, ਦੇਖੋ ਆਪਾਂ ਮੇਲ ਐਂਡ ਫੀਮੇਲ ਇਹਨਾਂ ਨੂੰ ਮੰਨ ਲਿਆ, ਆਪਾਂ ਆਦਮੀਆਂ ਨੂੰ ਮੇਲ ਲਿਖ ਲਿਆ, ਪੁਰਸ਼ਾਂ ਨੂੰ ਮੇਲ ਤੇ ਔਰਤਾਂ ਨੂੰ ਫੀਮੇਲ। ਠੀਕ ਆ, ਉਸ ਤੋਂ ਬਾਅਦ ਕੀ ਦਿੱਤਾ ਹੋਇਆ, ਇਹਨਾਂ ਦਾ ਰੇਸ਼ੀਓ ਦਿੱਤਾ ਹੋਇਆ ਵੀ ਕੰਪਨੀ ਵਿੱਚ 7 ਰੇਸ਼ੀਓ ਆ, ਤੇ ਜਿਹੜੇ ਕੰਮ ਕਰ ਰਹੇ ਨੇ ਕੰਪਨੀ ਵਿੱਚ ਮੇਲ ਉਹਨਾਂ ਦਾ ਰੇਸ਼ੀਓ 7 ਆ ਤੇ ਫੀਮੇਲ ਦਾ 6। ਅੱਛਾ, ਅਸੀਂ ਹੁਣ ਕੁਛ ਨਹੀਂ ਲੈਣਾ ਵੀ ਅਸੀਂ ਮੰਨ ਕੇ ਚੱਲ ਰਹੇ ਹਾਂ ਵੀ ਜਿਹੜੇ ਕੰਪਨੀ ਵਿੱਚ ਮੇਲ ਨੇ ਉਹ ਕਿੰਨੇ ਨੇ 7 ਨੇ ਤੇ ਫੀਮੇਲ 6। ਬਸ ਸਾਨੂੰ ਹੋਰ ਕੋਈ ਮਤਲਬ ਨਹੀਂ, ਸਾਡਾ ਮਤਲਬ ਆ ਵੀ 7 ਤੇ 6 ਇਹ ਕਿੰਨੇ ਨੇ 13 ਨੇ। ਠੀਕ ਆ, ਹੁਣ ਦੇਖੋ ਜੇਕਰ ਕੰਪਨੀ ਵਿੱਚ ਕੰਮ ਕਰਨ ਵਾਲੇ ਪੁਰਸ਼ ਕਰਮਚਾਰੀਆਂ ਦੀ ਚੌਥੀ ਸਭ ਤੋਂ ਛੋਟੀ ਉਪਾਅ ਸੰਖਿਆ ਦਾ ਘਣ ਹੈ। ਕੀ ਕਹਿ ਰਿਹਾ ਵੀ ਚੌਥੀ ਸਭ ਤੋਂ ਛੋਟੀ ਉਪਾਅ ਸੰਖਿਆ। ਉਪਾਅ ਸੰਖਿਆ ਕਿਹੜੀ ਹੁੰਦੀ ਆ, ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਕੀ ਹੁੰਦਾ ਪਤਾ ਸਾਰਿਆਂ ਨੂੰ, ਉਪਾਅ ਸੰਖਿਆ ਜਿਹਨੂੰ ਆਪਾਂ ਕਹਿੰਦੇ ਆ ਉਪਾਅ ਸੰਖਿਆ ਕੀ ਹੁੰਦਾ, ਇਹ ਉਪਾਅ ਸੰਖਿਆ ਇਹੀ ਹੁੰਦੀ ਹੈ ਨਾ। ਸਭ ਤੋਂ ਛੋਟੀ ਉਪਾਅ ਸੰਖਿਆ ਕਿਹੜੀ ਹੁੰਦੀ 2, ਫਿਰ 3 5 7 11। ਜੇ ਆਪਾਂ ਇਹਦੀ ਡੈਫੀਨੇਸ਼ਨ ਦੇਖੀਏ ਉਪਾਅ ਸੰਖਿਆ ਦੀ ਕੀ ਹੁੰਦੀ ਹੈ,
ਜਿਹੜੀ ਸੰਖਿਆ 1 ਨਾਲ ਡਿਵਾਈਡ ਹੋਵੇ ਐਂਡ ਆਪ ਦੇ ਆਪ ਨਾਲ ਡਿਵਾਈਡ ਹੋਵੇ, ਜਿਸ ਦੇ ਦੋ ਫੈਕਟਰ ਹੋਣ, ਇੱਕ ਹੋਵੇ ਤੇ ਆਪ ਦਾ ਆਪ ਜਿਹੜਾ, ਜਿਵੇਂ ਹੁਣ ਮੰਨ ਲਓ ਦੇਖੋ ਦੋ ਕਿਹਦੇ ਨਾਲ ਡਿਵਾਈਡ ਹੋ, ਇੱਕ ਤਾਂ ਇਹ 1 ਨਾਲ ਡਿਵਾਈਡ ਹੋ ਰਹੀ ਆ, 2 ਨਾਲ ਵੀ ਹੋ ਰਹੀ ਆ, ਇਸ ਤਰ੍ਹਾਂ ਇਹ 1 ਨਾਲ, 3 ਨਾਲ, ਇਹ ਵੀ 1 ਨਾਲ, 5 ਨਾਲ। ਇਹ ਹੁੰਦੇ ਨੇ ਪ੍ਰਾਈਮ ਨੰਬਰ ਜੋ ਆਪਣੇ ਆਪ ਨਾਲ ਡਿਵਾਈਡ ਹੋਣ, ਇੱਕ ਸਿਰਫ 1 ਤੋਂ ਡਿਵਾਈਡ ਹੋਣ, ਠੀਕ ਆ, ਜਿਨ੍ਹਾਂ ਸਿਰਫ ਦੋ ਫੈਕਟਰ ਹੋਣ। ਹੁਣ ਦੇਖੋ ਕੁਐਸਚਨ ਤੇ ਦੁਬਾਰਾ ਆ ਜਾਓ, ਕੀ ਕਹਿ ਰਿਹਾ ਕੁਐਸਚਨ ਕਹਿ ਰਿਹਾ, ਜੇ ਕੰਪਨੀ ਵਿੱਚ ਕੰਮ ਕਰਨ ਵਾਲੇ ਪੁਰਸ਼ ਕਰਮਚਾਰੀਆਂ ਦੀ ਚੌਥੀ ਸਭ ਤੋਂ ਛੋਟੀ ਉਪਾਦ ਸੰਖਿਆ ਦਾ ਘਣ ਹੈ। ਚੌਥੀ ਸਭ ਤੋਂ ਛੋਟੀ ਉਪਾਦ ਸੰਖਿਆ ਕਿਹੜੀ ਆ ਗਈ, ਦੇਖੋ ਪਹਿਲੀ, ਦੂਸਰੀ, ਤੀਸਰੀ, ਚੌਥੀ ਕੀ ਹੈ, 7। ਇਹਦਾ ਘਣ ਕਿਹਦੇ ਬਰਾਬਰ, ਪੁਰਸ਼ ਕਰਮਚਾਰੀਆਂ ਦੇ ਬਰਾਬਰ। ਹੁਣ ਜੇ ਆਪਾਂ ਪੁਰਸ਼ ਕਰਮਚਾਰੀਆਂ ਦੇ ਬਰਾਬਰ ਕਿੰਨਾ ਆ ਗਿਆ, 7 ਦਾ ਕਿਊਬ, ਠੀਕ ਆ, ਇਹ ਕਿਹਦੇ ਬਰਾਬਰ ਆ, 7 ਦੇ, ਜੋ ਅਸੀਂ ਅਜ਼ਿਊਮ ਕੀਤਾ ਦੀ ਮੇਲ ਕਿੰਨੇ ਦੀ, 7। ਅੱਗੇ ਕੀ ਪੁੱਛਿਆ ਗਿਆ, ਤਾਂ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕੁੱਲ ਸੰਖਿਆ, ਕੁੱਲ ਕਿੰਨਾ ਮੰਨਿਆ ਤੇ ਅਸੀਂ, 7 ਤੇ 6 13, ਮੇਲ ਤੇ ਫੀਮੇਲ ਕਿੰਨੇ ਦੀ, 13। ਹੁਣ 13 ਕਿਹਦੇ ਬਰਾਬਰ ਹੋ ਗਿਆ, 13 ਕਿਹਦੇ ਬਰਾਬਰ ਹੋ ਗਿਆ, 13 ਗੁਣਾ 49। ਹੁਣ ਦੇਖੋ ਇੱਥੇ ਜੇ ਯੂਨਿਟ ਡਿਜਿਟ ਦਾ ਤਰੀਕਾ ਪਤਾ ਹੁੰਦਾ, ਡਿਜੀਟਲ ਸਮ ਆਉਂਦਾ ਹੁੰਦਾ, ਜਾਂ ਫਿਰ ਤੁਹਾਨੂੰ ਡਿਵੀਜ਼ਿਬਿਲਿਟੀ ਰੂਲ ਪਤਾ ਹੁੰਦਾ, ਤਾਂ ਤੁਸੀਂ ਸਿੰਪਲ ਬਸ ਇੱਥੇ ਕਰ ਸਕਦੇ ਹੋ, ਆਪਸ਼ਨ ਵਿੱਚ ਦੇਖ ਲੈਂਦੇ 13 ਦਾ ਮਲਟੀਪਲ ਕਿਹੜਾ, ਠੀਕ ਆ। ਜੇ ਤੁਸੀਂ ਕਰਨਾ ਚਾਹੁੰਦੇ ਹੋ ਡਿਵੀਜ਼ਿਬਿਲਿਟੀ ਰੂਲ ਕਰਨੇ ਨੇ ਤੇ ਯੂਨਿਟ ਡਿਜਿਟ ਸਿੱਖਣਾ ਐਂਡ ਡਿਜੀਟਲ ਸਮ ਕੀ ਹੁੰਦਾ ਚੰਗੀ ਤਰ੍ਹਾਂ ਸਮਝਣਾ, ਤਾਂ ਉੱਪਰ ਆਈ ਬਟਨ ਤੇ ਆ ਰਿਹਾ ਹੋਣਾ, ਇਸ ਕਲਾਸ ਨੂੰ ਦੇਖ ਲਓ, ਇਸ ਵਿੱਚ ਮੈਂ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੋਇਆ, ਇਹ ਸਾਰੇ ਰੂਲ ਇਸ ਵਿੱਚ ਮੈਂ ਚੰਗੀ ਤਰ੍ਹਾਂ ਸਮਝਾਏ ਹੋਏ ਨੇ। ਹੁਣ ਦੇਖੋ ਜਦੋਂ ਆਪਾਂ ਗੁਣਾ ਕਰਾਂਗੇ ਕੀ ਹੋ ਜਾਊਗਾ, 9 ਤੀਆ 27। ਦੇਖੋ ਯੂਨਿਟ ਡਿਜਿਟ ਕਿੱਥੇ, 7 ਆ ਰਿਹਾ, 7 ਆ ਰਿਹਾ ਇੱਥੇ। ਆਪਸ਼ਨ ਕਿਹੜਾ ਆਨਸਰ ਹੈ, ਆਪਸ਼ਨ ਬੀ ਵਿਲ ਬੀ ਦਾ ਰਾਈਟ ਆਨਸਰ। ਓਕੇ, ਅੱਗੇ ਚੱਲੀਏ, ਇੱਥੇ ਤੱਕ ਕਲੀਅਰ ਆ। ਨੈਕਸਟ ਦੇਖੋ, ਦ ਰੇਸ਼ੀਓ ਆਫ ਦ ਟੂ ਨੰਬਰ, ਸੰਖਿਆਵਾਂ ਦਾ ਅਨੁਪਾਤ, ਦੋ ਸੰਖਿਆਵਾਂ ਦਾ ਅਨੁਪਾਤ 3:1 ਹੈ ਤੇ ਉਹਨਾਂ ਦਾ ਜੋੜ 72 ਹੈ। ਸੰਖਿਆਵਾਂ ਵਿਚਕਾਰ ਅੰਤਰ ਪਤਾ ਕਰੋ। ਦੋ ਸੰਖਿਆਵਾਂ ਨੇ, ਮੰਨ ਲਓ ਸੰਖਿਆ ਕਿਹੜੀ ਕਿਹੜੀ ਆ, 3x ਅਤੇ x, 1x ਮੰਨ ਲਓ। ਹੁਣ ਇਹਨਾਂ ਦਾ ਕੀ ਪੁੱਛਿਆ ਗਿਆ, ਇਹਨਾਂ ਵਿਚਕਾਰ ਅੰਤਰ ਪਤਾ ਕਰੋ। ਅੰਤਰ ਆਪਾਂ ਕਿਵੇਂ ਕਰਾਂਗੇ, 3x ਮਾਈਨਸ 1x, ਠੀਕ ਆ। ਇੱਥੇ ਦੇਖੋ ਕੁਛ ਮੈਂ ਸਮਝਾਉਣਾ ਚਾਹੁੰਦਾ, ਇਹਨੂੰ ਜਦੋਂ ਆਪਾਂ ਐਡ ਕਰਾਂਗੇ ਇਹ ਕਿੰਨਾ ਹੋ ਜਾਊਗਾ, 4x ਤੇ ਇਹ ਕਿੰਨਾ ਹੋ ਜਾਊਗਾ, 2x। ਦੇਖੋ x ਨਾਲ x ਕੱਟਿਆ ਗਿਆ ਨਾ, ਮੈਂ ਤੁਹਾਨੂੰ ਪਿਛਲੀ ਕਲਾਸ ਵੀ ਦੱਸਿਆ ਸੀ ਤੇ ਹੁਣ ਵੀ ਦੱਸ ਰਿਹਾ, ਜਦੋਂ ਆਪਾਂ ਡਿਵਾਈਡ ਵਿੱਚ x ਨੂੰ ਲੈਣਾ ਤਾਂ ਕੋਈ ਲੋੜ ਨਹੀਂ x ਅਜ਼ਿਊਮ ਕਰਨ ਦੀ, ਸਿੰਪਲ ਵੈਲਿਊ ਨੂੰ ਲੈ ਕੇ ਚੱਲੋ, x ਨਾਲ ਕੱਟਿਆ ਜਾਂਦਾ ਹੁੰਦਾ। ਜੇ ਹੁਣ ਦੇਖੋ ਇੱਥੇ ਕੀ ਦਿੱਤਾ, ਸੰਖਿਆਵਾਂ ਦਾ ਅਨੁਪਾਤ, ਦੋ ਸੰਖਿਆਵਾਂ ਦਾ ਅਨੁਪਾਤ 3:1 ਹੈ ਅਤੇ ਉਹਨਾਂ ਦਾ ਜੋੜ। ਜਦੋਂ ਆਪਾਂ ਦੋ ਸੰਖਿਆਵਾਂ 3 ਤੇ 1 ਨੂੰ, ਹੁਣ 4 ਹੋ ਗਿਆ, ਇਹ 4 ਕਿਹਦੇ ਬਰਾਬਰ ਦਿੱਤਾ ਹੋਇਆ, 72 ਦੇ, ਕਿਉਂਕਿ ਦੇਖੋ ਦੋ ਸੰਖਿਆਵਾਂ ਦਾ ਅਨੁਪਾਤ 3:1 ਹੈ ਅਤੇ ਉਹਨਾਂ ਦਾ ਜੋੜ। ਜਦੋਂ ਆਪਾਂ ਇਹਨੂੰ ਜੋੜ ਕਰਾਂਗੇ ਸੰਖਿਆਵਾਂ ਨੂੰ, ਅਸੀਂ ਤਾਂ ਸੰਖਿਆ ਕਿਹੜੀ ਕਿਹੜੀ ਮੰਨਦੇ, ਇੱਕ ਸੰਖਿਆ 3 ਆ ਤੇ ਦੂਸਰੀ 1 ਆ। ਜਦੋਂ ਇਹਨਾਂ ਨੂੰ ਜੋੜ ਕਰਾਂਗੇ, ਸਾਡੇ ਅਜੰਪਸ਼ਨ ਕਹਿ ਰਹੀ ਹੈ ਵੀ 3 ਤੇ 1, ਬਟ ਐਕਚੁਅਲ ਵੈਲਿਊ ਕਿੰਨੀ ਆ, 72। ਹੁਣ 4 ਕਿਹਦੇ ਬਰਾਬਰ ਹੋ ਗਿਆ, 72 ਦੇ। ਅੱਗੇ ਕੁਐਸਚਨ ਕੀ ਕਹਿ ਰਿਹਾ, ਸੰਖਿਆਵਾਂ ਵਿਚਕਾਰ ਅੰਤਰ ਪਤਾ ਕਰੋ। ਸਾਡੀ ਸੰਖਿਆ ਕਿਹੜੀ ਆ, 3 ਤੇ 1। ਹੁਣ ਇਹਨਾਂ ਦਾ ਜਦੋਂ ਡਿਫਰੈਂਸ ਪਤਾ ਕਰਾਂਗੇ ਕਿੰਨਾ ਹੋ ਜਾਊਗਾ, 2 ਕਿਹਦੇ ਬਰਾਬਰ, 4 72 ਦੇ, 2 ਬਰਾਬਰ ਕਿਹਦੇ ਆ, 36 ਦੇ। ਆਨਸਰ ਕਿੰਨਾ ਆ ਗਿਆ, ਆਪਸ਼ਨ ਬੀ ਇਜ਼ ਰਾਈਟ ਆਨਸਰ, 36। ਨੈਕਸਟ ਕੁਐਸਚਨ ਦੇਖੀਏ, ਦੋ ਸੰਖਿਆਵਾਂ ਦਾ ਅਨੁਪਾਤ 4:1 ਹੈ ਅਤੇ ਇਹ ਵੀ ਬਿਲਕੁਲ ਸੇਮ ਆ। ਇਹ ਤੁਹਾਡਾ ਹੋਮਵਰਕ ਆ, ਹੋਮਵਰਕ ਤੁਸੀਂ ਕਮੈਂਟ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ, ਠੀਕ ਆ, ਜਿਹਦੇ ਨਾਲ ਤੁਹਾਡੀ ਪ੍ਰੈਕਟਿਸ ਹੋਊਗੀ। ਦੇਖੋ ਅਗਲਾ ਕੁਐਸਚਨ, ਦੋ ਸੰਖਿਆਵਾਂ ਦਾ ਅਨੁਪਾਤ 3:5 ਹੈ। ਜੇਕਰ ਹਰ ਇੱਕ ਸੰਖਿਆ ਨੂੰ 10 ਨਾਲ ਵਾਧਾ ਦਿੱਤਾ ਜਾਵੇ ਤਾਂ ਅਨੁਪਾਤ 5:7 ਹੋ ਜਾਂਦਾ ਹੈ। ਛੋਟੀ ਸੰਖਿਆ ਪਤਾ ਕਰਨੀ ਹੈ ਇਹਦੇ ਵਿੱਚ, ਠੀਕ ਹੈ। ਦੋ ਸੰਖਿਆਵਾਂ ਆਪਾਂ ਮੰਨ ਲੈਣਾ, ਇੱਕ ਸੰਖਿਆ ਕਿਹੜੀ ਆ, a, ਦੂਸਰੀ b। ਰੇਸ਼ੀਓ ਕਿੰਨਾ ਦਿੱਤਾ ਹੋਇਆ, 3:5 ਤੇ ਜਦੋਂ 10 ਦਾ ਵਾਧਾ ਹੁੰਦਾ ਕਿੰਨਾ ਰੇਸ਼ੀਓ ਹੋ ਜਾਂਦਾ, 5:7। ਇੱਥੇ ਇੱਕ ਗੱਲ ਦੇਖੋਗੇ, ਦੇਖੋ ਇੱਥੇ ਕਨਸੈਪਟ ਦੇਖੋ, ਵੈਸੇ ਇੱਥੇ ਦਾ ਇਹ ਸਵਾਲ ਸਿੰਪਲ ਵੀ ਹੋ ਜਾਣਾ, ਬਟ ਕਨਸੈਪਟ ਦੇਖੋ ਅੱਗੇ ਤੁਹਾਡੇ ਕੰਮ ਆਊਗਾ, ਅੱਗੇ ਕੁਐਸਚਨ ਹੈਗੇ ਨੇ। ਦੇਖੋ ਮੰਨ ਲਓ ਆਪਾਂ ਅਨਲਵੇ 30 ਆ, 30 ਤੇ 50। ਜੇ ਆਪਾਂ ਇਹਨਾਂ ਵਿੱਚ 10 ਐਡ ਕਰਾਂਗੇ ਕਿੰਨਾ ਹੋ ਜਾਊਗਾ, 40 ਤੇ 60। ਬਸ ਅਜ਼ਿਊਮ ਕਰੋ, ਠੀਕ ਆ, 40 ਤੇ 60 ਹੋ ਗਿਆ। ਹੁਣ ਦੇਖੋ ਇੱਥੇ ਡਿਫਰੈਂਸ ਕਿੰਨਾ, 20 ਦਾ। ਜਦੋਂ ਆਪਾਂ 10 ਐਡ ਕੀਤਾ, 20 ਦਾ ਡਿਫਰੈਂਸ ਆ ਨਾ, ਠੀਕ ਆ।
डिफरेंस तो बराबर ही आ। जो आप ऐड किया ये भी 10 ऐड किया तो ये भी 10 ऐड किया, कितना हो गया 40 हो गया। ये जो आप 10 ऐड किया 40, इधर किया 60। हुण देखो डिफरेंस बराबर है ना, जो आप रेशियो कढ़ांगे इन्हां दा, रेशियो कितना आ गया इहदा 3:5, इत्थे कितना आ गया इहदा कितना आ गया 2:3। देखो हुण देखो इत्थे डिफरेंस देखो, इत्थे 2 दा इत्थे 1 दा। मेरे कहने का मतलब की आ कि जिहड़ी एक्चुअल वैल्यू आ ਉਹਦੇ ਵਿੱਚ डिफरेंस सेम ਰਹੂਗਾ ਤੇ ਜਿਹੜਾ ਰੇਸ਼ੀਓ ਆ ਉਹਦੇ ਵਿੱਚ डिफरेंस ਅੱਡ-ਅੱਡ ਵੀ ਹੋ ਸਕਦਾ ਤੇ ਇੱਕ ਵੀ ਹੋ ਸਕਦਾ। ਠੀਕ ਆ, ਜਦੋਂ ਆਪਾਂ ਐਕਚੁਅਲ ਵੈਲਿਊ ਕੱਢਣੀ ਆ ਤਾਂ ਸਾਨੂੰ ਕੀ ਕਰਨਾ ਹੋਊਗਾ, डिफरेंस ਨੂੰ ਸੇਮ ਕਰਨਾ ਹੋਊਗਾ ਜਦੋਂ ਆਪਾਂ ਐਕਚੁਅਲ ਵੈਲਿਊ ਕੱਢਣੀ ਆ। ਬਟ ਜੇ ਅਸੀਂ ਰੇਸ਼ੀਓ ਤੋਂ ਰੇਸ਼ੀਓ ਤੇ ਰਹਿਣਾ, ਜਦੋਂ ਰੇਸ਼ੀਓ ਤੋਂ ਰੇਸ਼ੀਓ ਪੁੱਛਿਆ ਗਿਆ ਫਿਰ ਸਾਨੂੰ ਐਕਚੁਅਲ ਵੈਲਿਊ ਕੱਢਣ ਦੀ ਲੋੜ ਨਹੀਂ ਹੈਗੀ। ਹੁਣ ਦੇਖੋ ਇੱਥੇ ਕਿੰਨੇ ਦਾ डिफरेंस ਆ, ਇੱਥੇ 2 ਦਾ, ਇੱਥੇ ਵੀ 2 ਦਾ। ਹੁਣ ਸਾਨੂੰ ਸੇਮ ਕਰਨ ਦੀ ਲੋੜ ਨਹੀਂ ਹੈਗੀ, क्योंकि देखो जो आप 10 ऐड करते हैं दोनों में 10-10 ऐड किया, हम डिफरेंस कितना इतने 2, यदा डिफरेंस कितना ये भी 2 आ, ये सेम ने क्योंकि डिफरेंस इन्ना सेम आ। हम सानू सेम करने की लोड़ नहीं है, कुछ करने की लोड़ नहीं है। साडी एजम्पशन की कहती है जो 2 डिफरेंस आ ये किहदे बराबर आ, ये किन्ने का वाधा कर रहे हैं 10 तो असीं किन्ने का वाधा कर रहे हैं 2 का। 2 किहदे बराबर आ 10 दे। ठीक आ, छोटी संख्या पूछी गई, छोटी संख्या किहड़ी आ 3, 3 किहदे बराबर होगा 10/2 गुणा 3, कितना आ गया 15 आंसर। ठीक है, अगे क्वेश्चन देखो वो कंसैप्ट काम आऊगा जो हम मैं तुहानूं दस्सिया ना, ये कंसैप्ट देखो अगले क्वेश्चन में काम आऊगा, ये होगा क्लीयर। नैक्सट क्वेश्चन देखो, संख्यावां दा अनुपात ये बिल्कुल सेम आ, ये तुहाडा होमवर्क आ। ठीक है, अगला क्वेश्चन की आ, संख्या 3 ਅਤੇ 5 ਦੇ ਅਨੁਪਾਤ ਵਿੱਚ ਹਨ, ਜੇਕਰ 9 ਨੂੰ ਦੋਵਾਂ ਵਿੱਚੋਂ ਘਟਾ ਦਿੱਤਾ ਜਾਵੇ ਤਾਂ। ਦੇਖੋ ਹੁਣ ਉਹ ਕਨਸੈਪਟ ਇੱਥੇ ਕੰਮ ਆਊਗਾ। ਸੰਖਿਆ ਕੀ ਆ A B ਕੀ ਨੇ 3:5। ਹੁਣ ਦੋਨਾਂ ਵਿੱਚੋਂ ਕਿੰਨਾ ਘਟਾ ਰਹੇ ਨੇ 9, 12:23। ਇੱਥੇ ਦੇਖੋ ਜੇ ਆਪਣੇ ਲਈ ਮੰਨ ਲਓ ਸੰਖਿਆ 1 ਦੀ 30 1 ਦੀ 50, ਆਪਾਂ ਇਹਨਾਂ ਵਿੱਚ ਦੋਨਾਂ ਵਿੱਚੋਂ 9 ਘਟਾ ਦਈਏ, ਇੱਥੇ ਕਿੰਨਾ ਰਹਿ ਜਾਊਗਾ 21, ਇੱਥੇ ਕਿੰਨਾ ਰਹਿ ਜਾਊਗਾ 41। ਹੁਣ ਗੱਲ ਦੇਖੋ ਇੱਥੇ डिफरेंस किन्ने दा 20 ਤੇ डिफरेंस ਇੱਥੇ 20 ਦਾ। ਹੁਣ ਜੇ ਆਪਾਂ 9 ਦੋਨਾਂ ਵਿੱਚੋਂ ਮਾਈਨਸ ਕੀਤਾ, डिफरेंस ਕੀ ਹੋਣਾ ਚਾਹੀਦਾ, डिफरेंस ਤਾਂ ਬਰਾਬਰ ਰਹਿਣਾ ਚਾਹੀਦਾ। ਹੁਣ ਬਰਾਬਰ ਕਰਨ ਲਈ ਕੀ ਕਰਾਂਗੇ, ਬਰਾਬਰ ਕਰਨ ਲਈ ਤਰੀਕਾ ਦੇਖੋ, ਬਰਾਬਰ ਕਰਨ ਲਈ ਹੈ ਤਰੀਕਾ ਜਿਹੜਾ ਇਹਨਾਂ ਦਾ डिफरेंस ਆ 2 ਤੇ ਇਹਨਾਂ ਦਾ 11। ਠੀਕ ਆ, ਦੇਖੋ ਇਹਨਾਂ डिफरेंस ਕਿੰਨਾ 2 ਤੇ ਇਹਨਾਂ ਦਾ 11। ਹੁਣ ਜਿਹੜਾ 11 डिफरेंस ਆ ਹੇਠਾਂ ਵਾਲਾ ਦਾ ਇਹਨੂੰ ਉੱਪਰ ਗੁਣਾ ਕਰ ਦੋ ਤੇ ਜਿਹੜਾ ਇਹਨਾਂ ਦਾ डिफरेंस ਆ ਇਹਨੂੰ ਹੇਠਾਂ ਗੁਣਾ ਕਰ ਦੋ। ਤੇ ਤੁਹਾਨੂੰ ਮੈਂ ਲਾਸਟ ਕਲਾਸ ਵਿੱਚ ਦੱਸਿਆ ਸੀ ਵੀ ਜਦੋਂ ਦੋ ਵੈਲਿਊ ਇਹ ਰਿਲੇਸ਼ਨ ਵਿੱਚ ਹੋਣ ਤਾਂ ਜੇ ਆਪਾਂ 11 ਇਹਦੇ ਨਾਲ ਗੁਣਾ ਕਰ ਰਹੇ ਹਾਂ 11 ਇਹਦੇ ਨਾਲ ਵੀ ਕਰਨਾ ਪਊਗਾ, 2 ਨੂੰ ਇਹਦੇ ਨਾਲ ਗੁਣਾ ਕਰ ਰਹੇ ਹਾਂ 2 ਨੂੰ ਇਹਦੇ ਨਾਲ ਵੀ ਕਰਨਾ ਪਊਗਾ। ਠੀਕ ਆ, ਇੱਥੇ ਤੱਕ ਕਲੀਅਰ ਆ ਗੱਲ। ਜਦੋਂ ਆਪਾਂ 2 ਨੂੰ 11 ਨੂੰ ਇਹਨਾਂ ਗੁਣਾ ਕਰਾਂਗੇ 33:55 ਹੋ ਗਿਆ, ਇਹ ਕਿੰਨਾ ਹੋ ਗਿਆ 24 ਤੇ 46। ਹੁਣ ਕੀ ਪੁੱਛਿਆ ਗਿਆ ਕੁਐਸਚਨ ਤੇ ਆ ਜਾਓ, ਜੇਕਰ 9 ਨੂੰ ਦੋਵਾਂ ਵਿੱਚੋਂ ਘਟਾ ਦਿੱਤਾ ਜਾਂਦਾ, ਇੱਥੇ डिफरेंस ਕਿੰਨਾ ਆ ਗਿਆ 33 ਤੇ 24, ਇੱਥੇ ਕਿੰਨਾ ਆ ਗਿਆ 9 ਤੇ ਇੱਥੇ 9। ਸਾਡੀ ਐਜੰਪਸ਼ਨ ਕੀ ਕਹਿੰਦੀ ਆ 9 ਕਿਹਦੇ ਬਰਾਬਰ ਹੋ ਗਿਆ 9 ਦੇ, ਤਾਂ 33 ਕਿਹਦੇ ਬਰਾਬਰ 33 ਦੇ, 55 ਦੇ ਬਰਾਬਰ। ਤਾਂ ਫਿਰ ਦੋ ਸੰਖਿਆਵਾਂ ਕੀ ਹਨ 33 ਤੇ 55। ਕੀ ਨੇ ਸੰਖਿਆਵਾਂ 33 ਤੇ 55। ਆਪਸ਼ਨ A ਇਜ਼ ਰਾਈਟ। ਠੀਕ ਆ, ਪਤਾ ਲੱਗ ਗਿਆ। ਜਦੋਂ ਆਪਾਂ ਐਕਚੁਅਲ ਵੈਲਿਊ ਵਿੱਚ ਜਿਵੇਂ ਮੰਨ ਲਓ ਮੇਰੇ ਲਈ 10 ਆ ਤੇ ਇੱਧਰ 20 ਮੰਨ ਲਓ, ਜੇ ਦੋਨਾਂ ਵਿੱਚੋਂ ਆਪਾਂ 10-10 ਐਡ ਕਰਾਂਗੇ ਤਾਂ ਇੱਥੇ ਕਿੰਨਾ ਹੋ ਜਾਊਗਾ 20, ਇੱਥੇ 30। ਜਿਹੜੀ ਐਕਚੁਅਲ ਵੈਲਿਊ ਆ ਇਹਨਾਂ डिफरेंस ਬਰਾਬਰ ਰਹੂਗਾ ਕਿਉਂਕਿ ਆਪਾਂ ਦੋਨਾਂ ਵਿੱਚ ਮੰਨ ਲਓ ਸੇਮ ਵੈਲਿਊ ਐਡ ਕਰ ਰਹੇ ਹਾਂ। ਜੇ ਹੁਣ ਮੈਂ ਇੱਥੇ 10 ਆ ਇੱਥੇ 20 ਆ, ਇਹਦੇ ਵਿੱਚ 10 ਐਡ ਕਰ ਰਿਹਾ ਇਹ 20 ਹੋ ਜੂ, ਇਹਦੇ ਵਿੱਚ 8 ਐਡ ਕਰੂੰਗਾ ਇਹ 28 ਹੋ ਜੂਗਾ, ਹਨਾ। ਫਿਰ ਨਹੀਂ ਜਿਹੜਾ ਇਹ डिफरेंस ਆ ਫਿਰ ਤਾਂ ਨਹੀਂ ਬਰਾਬਰ ਰਹਿਣਾ। ਇੱਥੇ ਦੇਖੋ 8 ਦਾ डिफरेंस ਹੋ ਗਿਆ, ਇੱਥੇ 10 ਦਾ डिफरेंस ਹੋਗਾ। ਇਹੋ ਜਿਹੇ ਵੀ ਸਵਾਲ ਅੱਗੇ ਹੈਗੇ ਨੇ, ਉਹ ਵੀ ਆਪਾਂ ਕਰਦੇ ਹਾਂ। ਬਟ ਜਦੋਂ ਆਪਾਂ ਦੋਨਾਂ ਵਿੱਚੋਂ ਸੇਮ ਵੈਲਿਊ ਐਡ ਕਰ ਰਹੇ ਹਾਂ ਫਿਰ डिफरेंस ਬਰਾਬਰ ਰਹੂਗਾ। ਇਹ ਕੰਸੈਪਟ ਯਾਦ ਰੱਖਣਾ। ਠੀਕ ਆ, ਹੁਣ ਅਗਲਾ ਕੁਐਸਚਨ ਦੇਖੋ, 3 ਜਮਾਤਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 2, 3, 5 ਦੇ ਅਨੁਪਾਤ ਵਿੱਚ ਹੈ। ਜੇ ਹਰੇਕ ਜਮਾਤ ਵਿੱਚ 40 ਵਿਦਿਆਰਥੀਆਂ ਨੂੰ ਵਧਾਇਆ ਜਾਂਦਾ ਹੈ ਤਾਂ ਇਹ ਅਨੁਪਾਤ ਬਦਲ ਕੇ 4:5 ਹੋ ਜਾਂਦਾ। ਸ਼ੁਰੂ ਵਿੱਚ ਵਿਦਿਆਰਥੀ ਦੀ ਗਿਣਤੀ ਕਿੰਨੀ, ਮੰਨ ਲਓ ਇੱਕ ਆਪਾਂ ਸਕੂਲ ਗਏ ਸੀ, ਸਕੂਲ ਉੱਥੇ 3 ਜਮਾਤਾਂ ਹਨ A B C। ਤੁਸੀਂ A ਵਿੱਚ ਦੇਖਿਆ ਪਹਿਲਾਂ
ਉੱਥੇ ਕਿੰਨੇ ਬੱਚੇ ਸੀ? A ਕਲਾਸ ਵਿੱਚ 3 ਬੱਚੇ ਬੈਠੇ ਸੀ, B ਵਿੱਚ A ਵਿੱਚ ਕਿੰਨੇ ਬੈਠੇ ਸੀ? 2, B ਵਿੱਚ 3 ਤੇ C ਵਿੱਚ 5। ਹੁਣ ਤੁਸੀਂ ਮਾੜਾ ਜਿਹਾ ਇੱਧਰ ਉੱਧਰ ਗਏ ਤੇ ਦੁਬਾਰਾ ਆਏ, ਜਦੋਂ ਦੁਬਾਰਾ ਆ ਕੇ ਦੇਖਿਆ ਤਾਂ A ਵਿੱਚ ਕਿੰਨੇ ਬੈਠੇ ਨੇ? 4 ਤੇ B ਵਿੱਚ 5, C 7। ਹੁਣ ਦੇਖੋ ਇੱਥੇ ਇਹਨਾਂ ਡਿਫਰੈਂਸ ਦੇਖੋ, 2 ਇੱਥੇ ਵੀ 2 ਤੇ ਇੱਥੇ ਵੀ 2, ਠੀਕ ਆ। 2 2 ਹੁਣ 2 ਕਿਹਦੇ ਬਰਾਬਰ ਆ? ਜਿਹੜਾ ਆਪਾਂ ਬੱਚਿਆਂ ਨੂੰ ਮੰਨ ਰਹੇ ਹਾਂ, ਕਲਾਸ A ਵਿੱਚ ਬੱਚੇ ਸੀ 2, ਬਾਅਦ 'ਚ ਕਿੰਨੇ ਹੋ ਗਏ? 4, B ਵਿੱਚ 3, ਬਾਅਦ 'ਚ ਹੋ ਗਏ 5, C 5, ਦੁਬਾਰਾ ਹੋ ਗਏ ਉਸ ਤੋਂ ਬਾਅਦ 7। ਹੁਣ ਜਿਹੜਾ ਸਾਡਾ 2 ਆ, ਇਹ ਕਿਹਦੇ ਬਰਾਬਰ ਆ? ਐਕਚੁਅਲ ਵੈਲਿਊ ਤੇ ਕਿੰਨੀ ਆ? ਜੇਕਰ ਹਰ ਇੱਕ ਜਮਾਤ ਵਿੱਚ 40 ਵਿਦਿਆਰਥੀਆਂ ਨੂੰ ਵਧਾਇਆ ਜਾਵੇ, ਜਿਹੜੀ ਐਕਚੁਅਲ ਵੈਲਿਊ ਆ ਉਹ 40 ਆ, ਤੇ ਸਾਡੀ ਅਜੰਪਸ਼ਨ ਕਹਿੰਦੀ ਆ ਵੀ ਜਿਹੜੇ 2 ਬੱਚੇ ਵਧੇ ਨੇ ਉਹ 40 ਦੇ ਬਰਾਬਰ ਨੇ। ਸ਼ੁਰੂ ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ ਕਿੰਨੀ ਸੀ? ਸ਼ੁਰੂ ਵਿੱਚ ਕਿੰਨੇ ਸੀ? 2 3 ਤੇ 5, 5 5 10। 10 ਕਿਹਦੇ ਬਰਾਬਰ ਆ? 10 ਬਰਾਬਰ ਆ, ਕਿਹਦੇ ਬਰਾਬਰ ਆ 10? 200 ਦੇ। ਕਿੰਨਾ ਆਂਸਰ ਆ ਗਿਆ? 200। ਠੀਕ ਆ, ਆਪਸ਼ਨ B। ਦੇਖੋ ਦੁਬਾਰਾ ਸਮਝੋ, ਪਹਿਲਾਂ ਬੱਚੇ ਕਿੰਨੇ ਸੀ? A ਕਲਾਸ ਵਿੱਚ 2, B ਵਿੱਚ 3 ਤੇ 5, C ਵਿੱਚ 5। ਜਦੋਂ ਆਪਾਂ ਦੁਬਾਰਾ ਦੇਖਿਆ ਆ ਕੇ, A ਵਿੱਚ ਕਿੰਨੇ ਹੋ ਗਏ? 4, B ਵਿੱਚ 5 ਤੇ C ਵਿੱਚ 7। ਹੁਣ ਦੇਖੋ ਕਿੰਨੇ ਕਿੰਨੇ ਵਧੇ ਨੇ? 2, ਇੱਥੇ ਵੀ 2 ਵਧੇ ਨੇ, ਇੱਥੇ ਵੀ 2, ਬਟ ਅਸੀਂ ਤਾਂ 2 ਕਹਿ ਰਹੇ ਹਾਂ। ਜਿਹੜਾ ਐਕਚੁਅਲ ਵੈਲਿਊ ਇਹ ਕੁਐਸਚਨ ਕਹਿ ਰਿਹਾ ਉਹਦੇ ਵਿੱਚ 40 ਵਿਦਿਆਰਥੀਆਂ ਨੂੰ ਵਧਾਇਆ ਗਿਆ। 2 ਕਿਹਦੇ ਬਰਾਬਰ? 40 ਦੇ। ਤੇ ਉਸ ਤੋਂ ਬਾਅਦ ਪੁੱਛਿਆ ਗਿਆ ਵਿਦਿਆਰਥੀਆਂ ਦੀ ਕੁੱਲ ਸੰਖਿਆ ਕਿੰਨੀ ਆ? ਕੁੱਲ ਵਿਦਿਆਰਥੀ ਆਪਣੇ ਕਿੰਨੇ ਸੀ? ਪਹਿਲਾਂ 10 ਪੁੱਛਿਆ ਗਿਆ ਤਾਂ ਕਿੰਨੇ ਸੀ? 200। ਹੁਣ ਜੇ ਪੁੱਛ ਲਓ ਬਾਅਦ 'ਚ ਕਿੰਨੇ ਨੇ? 7 ਤੇ 5 12, 12 ਤੇ 4 16। 16 ਨੂੰ ਆਪਾਂ ਗੁਣਾ ਕਰ ਦਾਂਗੇ, ਕਿੰਨੇ ਹੋ ਜਾਣਗੇ? 320। ਓਕੇ, ਕਲੀਅਰ ਹੈ ਇੱਥੇ ਤੱਕ? ਨੈਕਸਟ ਕੁਐਸਚਨ ਦੇਖੋ। ਜਿਹੜੇ ਬੱਚੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਕਰ ਦਿਆ ਕਰੋ। ਲਾਈਕ ਸ਼ੇਅਰ ਕਰਨਾ ਕੁਛ ਨਹੀਂ ਹੁੰਦਾ। ਹੁਣ ਦੇਖੋ ਕੀ ਆ ਇਹ ਕੁਐਸਚਨ, the 3 categories of employees wage in the ratio of 1 to 3 if they get increasing of 5%, 10% and 15% respectively, what will be the new ratio their wages? ਅੱਛਾ, 3 ਕੈਟੇਗਰੀ ਆ EMPLOYE ਦੀ, ਵਰਕਰਾਂ ਦੀ 3 ਕੈਟੇਗਰੀ ਆ। ਆਪਾਂ ਕੈਟੇਗਰੀ ਨੂੰ ਮੰਨ ਲੈਂਦੇ A B C ਦਿੱਤੀ ਹੋਈ ਆ, ਠੀਕ ਆ। ਉਹਨਾਂ 3 ਸ਼੍ਰੇਣੀਆਂ ਦੇ ਅਨੁਪਾਤ ਕੀ ਆ? ਤਨਖਾਹ ਦਾ ਅਨੁਪਾਤ ਕੀ ਆ? 1 2 ਐਂਡ 3। ਇਹ ਅਨੁਪਾਤ ਵਿੱਚ ਇਹਨਾਂ ਨੂੰ ਤਨਖਾਹ ਮਿਲ ਰਹੀ ਆ। ਅੱਗੇ ਕੀ ਕਿਹਾ ਜਾਂਦਾ? ਜੇਕਰ ਉਹਨਾਂ ਨੂੰ ਕ੍ਰਮਵਾਰ 5%, 10% ਅਤੇ 15% ਦਾ ਵਾਧਾ ਹੁੰਦਾ। ਹੁਣ ਕੀ ਕਹਿ ਰਿਹਾ ਕੁਐਸਚਨ? ਇਹਨੂੰ ਚੰਗੀ ਤਰ੍ਹਾਂ ਕੁਐਸਚਨ ਨੂੰ ਸਮਝਿਆ ਕਰੋ। ਇਹਦੀ ਤਨਖਾਹ ਵਿੱਚ 5% ਦਾ ਵਾਧਾ ਹੁੰਦਾ। ਅੱਛਾ, ਆਪਾਂ 5% ਨੂੰ ਕਿਵੇਂ ਵਧਾ ਸਕਦੇ ਹਾਂ? ਮੰਨ ਲਓ ਆਪਾਂ ਨੂੰ ਕੋਈ ਵੀ ਚੀਜ਼ ਪਹਿਲਾਂ 100 ਮਿਲ ਰਹੀ ਸੀ, 100% ਮਿਲ ਰਹੀ ਸੀ, 100 ਮਿਲ ਰਹੀ ਸੀ, ਜੇ ਆਪਾਂ ਉਹਨੂੰ 5% ਵਧਾਵਾਂਗੇ ਤਾਂ ਕਿੰਨੀ ਹੋ ਜੂਗੀ? 105 ਹੋ ਜੂਗੀ। ਠੀਕ ਆ। ਪਰਸੈਂਟ ਦਾ ਮਤਲਬ ਕੀ ਹੁੰਦਾ? ਲਾਸਟ ਕਲਾਸ ਵਿੱਚ ਦੱਸਿਆ ਸੀ, ਪਰਸੈਂਟ ਦਾ ਮਤਲਬ ਹੁੰਦਾ 100। ਕਿੰਨਾ ਹੋ ਜੂਗਾ ਇਹਦਾ? ਜਦੋਂ ਆਪਾਂ 5% ਵਾਧਾ ਕਰਾਂਗੇ ਕਿੰਨਾ ਹੋ ਜੂਗਾ? 105/100। ਤੇ ਇਹਦਾ ਕਿੰਨਾ ਹੋ ਜੂਗਾ? ਇਹਦੇ ਵਿੱਚ ਹੋ ਜੂਗਾ 10% ਦਾ 110 ਹੋ ਜੂਗਾ, ਤੇ ਇੱਥੇ 15% ਦਾ। ਅੱਛਾ, ਜਦੋਂ ਆਪਾਂ ਪਰਸੈਂਟ ਕਰਾਂਗੇ ਉਦੋਂ ਮੈਂ ਤੁਹਾਨੂੰ ਦੱਸੂਗਾ ਇਹਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ। 5% ਨੂੰ ਐਵੇਂ ਵੀ ਕਹਿ ਸਕਦੇ ਹਾਂ। 5% ਮਤਲਬ ਕੀ ਆ? 100 ਤੇ 5 ਦਾ ਵਾਧਾ, ਮਤਲਬ ਵੀ 20, 21/20 ਆਪਾਂ ਇਹਨੂੰ ਐਵੇਂ ਵੀ ਲਿਖ ਸਕਦੇ ਹਾਂ ਸਿੱਧਾ ਸਿੱਧਾ। ਇਹ ਆਪਾਂ ਪਰਸੈਂਟ ਵਿੱਚ ਸਿੱਖਾਂਗੇ, ਠੀਕ ਆ। ਅਜੇ ਬਸ ਐਵੇਂ ਸਿੰਪਲ ਚੱਲੋ ਤੁਸੀਂ। ਹੁਣ ਦੇਖੋ ਮੈਂ ਕੀ ਕਹਿ ਰਹੀ ਵੀ ਰੇਸ਼ੀਓ ਕੱਢਣ ਲੱਗੇ ਆਪਾਂ ਜੋ 3 ਵਿੱਚ ਕੌਣ ਹੁੰਦਾ ਉਹਨੂੰ ਕੱਟੋ। 100 ਇੱਥੋਂ ਵੀ ਇੱਥੋਂ ਕੱਟਿਆ ਜਾਊਗਾ। ਹੁਣ ਇਹ 5 ਤੇ ਕਿੰਨਾ ਆ ਗਿਆ? 21, ਇਹ 22, 23। ਹੁਣ ਰੇਸ਼ੀਓ 21, ਇਹਨੂੰ 44 ਤੇ ਇਹ 23 ਤੀਆ 69। ਦੇਖੋ ਆਂਸਰ ਕਿਹੜਾ ਸਹੀ ਆ? 21, 44, 69। ਆਪਸ਼ਨ ਗਲਤ ਹੈ, ਇਹਨੂੰ ਸਹੀ ਕਰ ਲਓ। ਇੱਥੇ ਕਿੰਨਾ ਆ ਜਾਊਗਾ? 69। ਠੀਕ ਆ, ਇਹ ਕਿੰਨਾ ਹੋ ਜਾਊਗਾ? 69। ਆਪਸ਼ਨ ਕਿਹੜਾ ਸਹੀ ਆ? ਆਪਸ਼ਨ A। ਠੀਕ ਆ। ਕੀ ਕੀ ਕੀਤਾ ਆਪਾਂ? ਜਿਵੇਂ ਜਿਵੇਂ ਕਿਹਾ ਤੀ ਇਹਨਾਂ ਨੇ 3 ਸ਼੍ਰੇਣੀਆਂ ਦਿੱਤੇ ਸੀ, ਵਰਕਰਾਂ 3 ਸ਼੍ਰੇਣੀਆਂ ਸੀ, ਉਹਨਾਂ ਦਾ ਰੇਸ਼ੀਓ ਸੀ ਜਿਹੜਾ ਤਨਖਾਹ ਦਾ ਅਨੁਪਾਤ ਕੀਤੀ 1 2 3। ਤੇ ਉਸ ਤੋਂ ਬਾਅਦ ਉਹਨਾਂ ਨੂੰ ਕ੍ਰਮਵਾਰ
5%, 10% ਤੇ 15% ਦਾ ਵਾਧਾ ਮਿਲਦਾ, ਇਨਕਰੀਮੈਂਟ ਹੁੰਦਾ ਸੈਲਰੀ ਵਿੱਚ, ਠੀਕ ਆ। ਤਾਂ ਉਹਨਾਂ ਦੀ ਤਨਖਾਹ ਦਾ ਨਵਾਂ ਅਨੁਪਾਤ, ਜਦੋਂ ਆਪਾਂ ਵਾਧਾ ਕਰਾਂਗੇ 100%, ਜਿਹੜਾ ਇਹ 100 ਕਾਮਨ ਆ ਤਿੰਨਾਂ ਵਿੱਚੋਂ ਇਹ ਕੱਟਿਆ ਗਿਆ, ਉਸ ਤੋਂ ਬਾਅਦ 105, ਇਹ ਕਿੰਨੇ ਦੇ 5 ਦੇ ਪਹਾੜੇ ਤੇ ਆਉਂਦਾ, 21, ਇਹ 22, ਇਹ 23, ਠੀਕ ਆ। ਉਸ ਤੋਂ ਬਾਅਦ ਗੁਣਾ ਕਰਕੇ ਰੇਸ਼ੀਓ ਆ ਗਿਆ ਸਾਡਾ। ਇਹ ਸਿੰਪਲ ਤੀ, ਬਸ ਇਹ ਰੇਸ਼ੀਓ ਕੱਢਣਾ ਸੀ, ਇਹਦੇ ਵਿੱਚ ਬੇਸਿਕ ਕੰਸੈਪਟ ਲੱਗ ਰਿਹਾ ਸੀ ਰੇਸ਼ੀਓ ਦਾ। ਨੈਕਸਟ ਕੀ ਆ, ਕਿਸੇ ਵਿਸ਼ਿਆਂ ਵਿੱਚ ਦਾ ਰੇਸ਼ੀਓ ਆਫ ਮਾਰਕ ਆਬਟੇਨਡ ਬਾਈ ਏ ਸਟੂਡੈਂਟ ਇਨ ਦਾ 3 ਸਬਜੈਕਟ, 3 ਵਿਸ਼ਿਆਂ ਵਿੱਚ ਇੱਕ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਅੰਕਾਂ ਦਾ ਅਨੁਪਾਤ ਕੀ ਆ, 1, 2, 3 ਸੀ। ਸਕੂਲ ਨੇ ਹਰੇਕ ਵਿਸ਼ੇ ਲਈ 5% ਦੇ ਗ੍ਰੇਸ ਅੰਕਾਂ ਦੀ ਆਗਿਆ ਦੇਣ ਦਾ ਫੈਸਲਾ ਕੀਤਾ। ਵਿਦਿਆਰਥੀ ਦੇ ਅੰਕਾਂ ਦਾ ਨਵਾਂ ਅਨੁਪਾਤ, 3 ਵਿਸ਼ੇ ਤੀ, ਮੰਨ ਲਓ A B C ਤਿੰਨੋਂ ਵਿਸ਼ੇ ਤੀ, A B C ਚਾਹੇ ਮੰਨ ਲਓ ਚਾਹੇ X Y Z ਕੁਛ ਵੀ ਮੰਨ ਲਓ, ਉਹਨਾਂ ਦਾ ਅਨੁਪਾਤ ਤਿੰਨੇ ਵਿਸ਼ਿਆਂ ਦਾ ਕੀ ਤੀ, 1, 2, 3। ਦੇਖੋ ਹੁਣ ਇਹ ਦੇਖੋ ਕੁਐਸਚਨ, ਇਹਨੂੰ ਆਪਾਂ ਅੱਖਾਂ ਵਿੱਚ ਵੀ ਕਰ ਸਕਦੇ ਹਾਂ। ਹੁਣ ਦੇਖੋ 105% ਦਾ ਹਰ ਇੱਕ ਵਿੱਚ ਗ੍ਰੇਸ ਮਿਲ ਰਹੀ ਹੈ, 5% ਦੀ ਉਹਨੂੰ ਹਰ ਇੱਕ ਵਿੱਚ ਗ੍ਰੇਸ ਮਿਲ ਰਹੀ ਹੈ। ਜਿਹਨੂੰ ਮੈਂ ਸਿੱਧਾ ਐਵੇਂ ਲਿਖਦਾ 105% ਜਾਂ ਫਿਰ 5% ਵੀ ਕੁਛ ਵੀ ਲਿਖਾਂ, ਜੇ ਤਿੰਨਾਂ ਵਿੱਚ ਕਾਮਨ ਹੋ ਜਾਊਗਾ, ਇਹ ਤਿੰਨਾਂ ਨੂੰ ਗ੍ਰੇਸ ਮਿਲ ਰਹੀ ਆ 5% ਦੀ, ਤਾਂ ਤਿੰਨਾਂ ਵਿੱਚੋਂ ਕੀ ਕਹਿ ਸਕਦਾ ਵੀ ਇਹ ਕੱਟਿਆ ਜਾਊਗਾ। ਰੇਸ਼ੀਓ ਕੀ ਰਹੂਗਾ, ਸਿੰਪਲ ਰੇਸ਼ੀਓ ਤਾਂ ਉਹੀ ਰਹੂਗਾ 1, 2, 3। ਇਹ ਕੰਸੈਪਟ ਯਾਦ ਰੱਖਣਾ ਤੁਸੀਂ ਵੀ ਰੇਸ਼ੀਓ ਵਿੱਚ ਜਦੋਂ ਆਪਾਂ ਰੇਸ਼ੀਓ ਦਿੱਤਾ ਹੋਇਆ, ਜੇ ਕੁਛ ਵੀ ਰੇਸ਼ੀਓ ਦਿੱਤਾ ਹੋਵੇ, ਜਦੋਂ ਇੰਕਰੀਮੈਂਟ ਸੇਮ ਹੁੰਦੀ ਹੋਵੇ ਤਾਂ ਰੇਸ਼ੀਓ ਚੇਂਜ ਨਹੀਂ ਹੁੰਦਾ। ਇੰਕਰੀਮੈਂਟ ਜਦੋਂ ਸੇਮ ਹੋਵੇ ਨਾ, ਜਿਵੇਂ 5% ਦੀ ਤਿੰਨਾਂ ਵਿੱਚ ਹੋ ਰਹੀ ਆ, ਫਿਰ ਰੇਸ਼ੀਓ ਚੇਂਜ ਨਹੀਂ ਹੁੰਦਾ। ਇਹ ਤੁਸੀਂ ਬਸ ਸਿੱਧਾ ਆਨਸਰ ਟਿਕ ਕਰਨਾ, ਹੋਰ ਕੁਝ ਨਹੀਂ ਕਰਨਾ, ਇਹਨੂੰ ਸੋਲਵ ਕਰਨ ਦੀ ਲੋੜ ਨਹੀਂ ਹੈਗੀ। ਆਪਸ਼ਨ ਕਿਹੜਾ ਸਹੀ ਆ, ਆਪਸ਼ਨ A। ਅੱਛਾ, ਨੈਕਸਟ ਕੁਐਸਚਨ ਕੀ ਆ, ਇੱਕ ਫੈਕਟਰੀ ਵਿੱਚ ਮਜ਼ਦੂਰਾਂ ਦੀ ਸੰਖਿਆ 9:8 ਦੇ ਵਿੱਚ ਘਟਦੀ ਹੈ। ਮੰਨ ਲਓ ਕੋਈ ਫੈਕਟਰੀ ਆ, ਉਹਦੇ ਵਿੱਚ ਵਰਕਰ ਪਹਿਲਾਂ ਕਿੰਨੇ ਤੀ, ਪਹਿਲਾਂ 9 ਤੀ, ਹੁਣ ਕਿੰਨੇ ਹੋ ਗਏ, 8, ਠੀਕ ਆ। ਉਹਨਾਂ ਦੀ ਤਨਖਾਹ 14:15 ਦੇ ਅਨੁਪਾਤ ਵਿੱਚ ਵੱਧ ਜਾਂਦੀ ਹੈ। ਪਹਿਲਾਂ ਸੈਲਰੀ ਕਿੰਨੀ ਤੀ, ਸੈਲਰੀ ਤੀ ਕਿੰਨੀ, 14, ਤੇ ਹੁਣ ਕਿੰਨੀ ਹੋ ਗਈ, 15, ਠੀਕ ਆ। ਜੇ ਇੱਕ ਦਿਨ ਦੀ ਉਜਰਤ, ਇੱਕ ਦਿਨ ਦੀ ਕੀ ਆ, ਦਾ ਫਾਈਂਡ ਦਾ ਕੀ ਹੈ, ਡਿਕਰੀਜ਼ਿੰਗ ਬਾਏ ਰੇਟ, ਇੱਕ ਦਿਨ ਦੀ ਤਨਖਾਹ ਉਹਨਾਂ ਦੀ, ਜੇ ਮੰਨ ਲਓ ਇੱਕ ਦਿਨ ਦੀ ਤਨਖਾਹ ਉਹਨਾਂ ਦੀ 6000 ਰੁਪਏ ਨਾਲ ਘਟ ਜਾਂਦੀ ਹੈ, ਤਾਂ ਹਰ ਦਿਨ ਦੀ ਮੌਜੂਦਾ ਤਨਖਾਹ ਪਤਾ ਕਰੋ। ਅੱਛਾ, ਹੁਣ ਦੇਖੋ ਤੁਸੀਂ ਇਹਨੂੰ ਰੀਅਲ ਲਾਈਫ ਨਾਲ ਰਿਲੇਟ ਕਰੋ। ਮੰਨ ਲਓ ਤੁਹਾਡੇ ਕੋਲ ਪਹਿਲਾਂ 9 ਬੰਦੇ ਸੀ, ਠੀਕ ਆ, 9 ਵਿਅਕਤੀ ਤੁਹਾਡੇ ਲਈ ਕੰਮ ਕਰ ਰਹੇ ਸੀ, ਹੁਣ ਕਿੰਨੇ ਕਰ ਰਹੇ ਨੇ, 8, ਠੀਕ ਆ। ਪਹਿਲਾਂ 9 ਕਰ ਰਹੇ ਸੀ, ਹੁਣ 8 ਕਰ ਰਹੇ ਨੇ। ਪਹਿਲਾਂ 9 ਨੂੰ ਤੁਸੀਂ ਦਿੰਦੇ ਸੀ 14 ਰੁਪਏ, 14 ਰੁਪਏ ਲਾ ਲਓ, 14000 ਕੁਛ ਵੀ ਮੰਨ ਲਓ, 14 ਦਿੰਦੇ ਸੀ 9 ਨੂੰ, ਠੀਕ ਆ, 14 ਦਿੰਦੇ ਸੀ, ਹੁਣ 15 ਦੇ ਰਹੇ ਹੋ, ਠੀਕ ਆ। ਜਦੋਂ ਆਪਾਂ ਵੇਜ, ਜਿਵੇਂ ਵਰਕਰ ਆ, ਵਰਕਰ 9 ਨੇ ਤੇ ਸੈਲਰੀ ਉਹਨਾਂ ਦੀ ਜਦੋਂ ਆਪਾਂ ਗੁਣਾ ਕਰਾਂਗੇ ਤਾਂ ਹੀ ਤਾਂ ਵੇਜ ਆਊਗਾ। ਜਿਵੇਂ ਇੱਕ ਨੂੰ ਤੁਸੀਂ 14 ਦੇ ਰਹੇ ਹੋ, ਜੇ ਇੱਕ ਨੂੰ 14 ਦੇ ਰਹੇ ਹੋ ਤਾਂ 9 ਨੂੰ ਕਿੰਨੇ ਦਵੋਗੇ, 9 ਗੁਣਾ 14। ਜਦੋਂ ਆਪਾਂ ਗੁਣਾ ਕਰਾਂਗੇ, ਵਰਕਰ ਤੇ ਸੈਲਰੀ ਨੂੰ ਗੁਣਾ ਕਰਾਂਗੇ, ਤਾਂ ਹੀ ਉਹਨਾਂ ਦੀ ਤਨਖਾਹ ਆਊਗੀ, ਤਾਂ ਹੀ ਆਊਗੀ। ਜੇ ਇੱਕ ਨੂੰ ਆਪਾਂ 14 ਦੇ ਰਹੇ ਹਾਂ ਤਾਂ 9 ਨੂੰ ਕਿੰਨੇ ਦੇਵਾਂਗੇ, 9 ਗੁਣਾ 14। ਇਹ ਕਿੰਨਾ ਆ ਜਾਊਗਾ, ਕਿੰਨਾ ਹੋ ਜਾਊਗਾ, ਇਹ 14 ਨਾ ਆ 126, ਠੀਕ ਆ, 126 ਹੋ ਗਿਆ। ਉਸ ਤੋਂ ਬਾਅਦ ਜਦੋਂ ਹੁਣ ਵਰਕਰ ਆਪਣੇ ਲਈ ਕਿੰਨੇ ਰਹਿ ਗਏ, 8, ਇੱਕ ਨੂੰ ਆਪਾਂ ਹੁਣ ਦੇ ਰਹੇ ਹਾਂ 15 ਤੇ 8 ਨੂੰ ਕਿੰਨੇ ਦੇਵਾਂਗੇ, 120। ਹੁਣ ਅੱਗੇ ਕੀ ਕਹਿ ਰਿਹਾ, ਤਾਂ ਉਹਨਾਂ ਦੀ ਤਨਖਾਹ, ਜਿਹੜੀ ਉਹਨਾਂ ਦੀ ਤਨਖਾਹ ਉਹ 6000 ਰੁਪਏ ਨਾਲ ਘਟ ਜਾਂਦੀ ਆ। ਹੁਣ ਉਹਨਾਂ ਦੀ ਤਨਖਾਹ 6000 ਨਾਲ ਘਟ ਰਹੀ ਆ, ਬਟ ਸਾਡੇ ਲਵੇ ਕਿੰਨੀ ਘਟ ਰਹੀ ਆ, 6। 6 ਕਿਹਦੇ ਬਰਾਬਰ ਆ, 6000 ਦੇ। ਤਾਂ ਹਰ ਦਿਨ ਦੀ ਮੌਜੂਦਾ ਇਨਕਮ ਸਾਡੇ ਲਈ ਕਿੰਨੀ ਆ, ਅਸੀਂ ਸਾਡੀ ਜਿਹੜੀ ਅਜ਼ੂਮ ਕਰਕੇ ਆਈ ਆ ਉਹ ਆਈ ਹੈ 120। 120 ਕਿਹਦੇ ਬਰਾਬਰ ਆ ਜੂ, 120 ਇਹ ਹੋ ਜੂ 1,20,000, ਕਿੰਨਾ ਆ ਜੂ ਇਹ, 1,20,000, ਠੀਕ ਆ। ਸਮਝ ਗਏ ਇੱਥੇ ਤੱਕ। ਦੇਖੋ ਜਿਵੇਂ ਆਪਣੇ ਲਈ ਆਪਾਂ 9 ਘੰਟੇ ਕੰਮ ਕਰ ਰਹੇ ਹਾਂ, ਕੋਈ ਵੀ ਮੰਨ ਲਓ 9 ਘੰਟੇ ਕੰਮ ਕਰ ਰਿਹਾ, ਜੋ ਉਹਨੂੰ 1 ਘੰਟੇ ਦੇ ਮਿਲ ਰਹੇ ਨੇ 14 ਰੁਪਏ, ਤਾਂ 9 ਘੰਟਿਆਂ ਦੇ ਮਿਲਣਗੇ 9 ਗੁਣਾ 14, ਠੀਕ ਆ। ਉਸੇ ਤਰ੍ਹਾਂ ਜੇ ਕੋਈ ਬੰਦਾ ਹੁਣ ਮੰਨ ਲਓ 8 ਘੰਟੇ ਕੰਮ ਕਰਨ ਲੱਗ ਗਿਆ, ਤਾਂ ਉਹਨੂੰ 1 ਘੰਟੇ ਦੇ ਮਿਲ ਰਹੇ ਨੇ 15, ਤਾਂ 8 ਘੰਟੇ ਦੇ ਮਿਲਣਗੇ 8 ਗੁਣਾ 15। ਜਦੋਂ ਆਪਾਂ ਦੋਨਾਂ ਨੂੰ, ਹੁਣ ਮੈਂ ਕਹਾਂ ਵੀ ਪਹਿਲਾਂ ਮੈਨੂੰ ਇੰਨੇ ਰੁਪਏ ਮਿਲਦੇ ਸੀ, ਇੰਨੇ ਮਿਲਦੇ ਸੀ ਮੈਨੂੰ 126, ਹੁਣ ਮਿਲ ਰਹੇ ਨੇ ਮੈਨੂੰ 120, ਹੁਣ ਡਿਫਰੈਂਸ ਕਿੰਨਾ ਆ ਗਿਆ, 6 ਦਾ। 6 ਕਿਹਦੇ ਬਰਾਬਰ ਦੇ ਰੱਖਿਆ, 6 ਬਰਾਬਰ 6000 ਦੇ,
ਤਾਂ ਹਰ ਦਿਨ ਦੀ ਮੌਜੂਦਾ ਇਨਕਮ, ਮੌਜੂਦਾ ਕਿੰਨੀ ਕਮਾਈ ਕਰ ਰਿਹਾ ਮੈਂ 120, 120 ਕਿਹਦੇ ਬਰਾਬਰ ਆ, ਇਹ ਆंसर ਆ ਗਿਆ। ਸਿੰਪਲ, ਠੀਕ ਆ, ਕਲੀਅਰ ਹੈ ਇੱਥੇ ਤੱਕ। ਨੈਕਸਟ ਦੇਖੋ, ਇਹ ਬਿਲਕੁਲ ਸੇਮ ਆ, ਇਹ ਹੋਮਵਰਕ ਆ ਤੁਹਾਡਾ। ਅਗਲਾ ਕੁਐਸਚਨ, श्रीमान एक्स, ओहो श्रीमान बहुत इज्जत नाल, श्रीमान एक्स ਅਤੇ श्रीमान वाई ਦੀ ਸਾਲਾਨਾ ਆਮਦਨ 9:8 ਦੇ ਅਨੁਪਾਤ ਵਿੱਚ ਹੈ ਅਤੇ ਉਹਨਾਂ ਦੇ ਖਰਚੇ 5:4 ਦੇ ਅਨੁਪਾਤ ਵਿੱਚ ਹਨ। ਜੇ ਦੋਵੇਂ ਵਿਅਕਤੀਗਤ ਤੌਰ ਤੇ 5000 ਰੁਪਏ ਦੀ ਬਚਤ ਕਰ ਰਹੇ ਨੇ ਤਾਂ श्रीमान वाई ਦਾ ਖਰਚਾ ਕੀ ਹੋਵੇਗਾ। ਅੱਛਾ, ਇੱਕ ਮੰਨ ਲਓ ਜਿਵੇਂ ਇਨਕਮ ਆ ਇਹਨਾਂ ਦੀ ਕਿੰਨੀ ਆ 9:8, एक्स ਦੀ ਇਨਕਮ ਕਿੰਨੀ ਆ 9, वाई ਦੀ ਕਿੰਨੀ ਆ 8। ਹੁਣ ਇਹਨਾਂ ਦਾ ਐਕਸਪੈਂਡੀਚਰ ਕਿੰਨਾ, ਖਰਚ ਕਿੰਨਾ, ਇਹ ਹੈਗਾ 5:4। ਅੱਛਾ ਮੇਰੀ ਗੱਲ ਦੇਖੋ, ਇੱਥੇ ਧਿਆਨ ਨਾਲ ਸਮਝੋ। ਮੰਨ ਲਓ ਇਹ ਜਿਹੜਾ 9 ਆ ਤੇ 8 ਤੇ 5 ਤੇ 4 ਇਹ ਕੀ ਇੱਕੋ ਵੇਰੀਏਬਲ ਨੇ। ਜਿਵੇਂ ਆਪਾਂ ਇਹਦੇ ਵਿੱਚੋਂ x ਕਾਮਨ ਕੱਢਿਆ ਹੁੰਦਾ, ਤਾਂ ਇਹਦੇ ਵਿੱਚੋਂ ਵੀ x ਹੀ ਕੱਢਿਆ ਹੁੰਦਾ, x ਹੁੰਦਾ ਇਹਦੇ ਵਿੱਚੋਂ। ਆਪਾਂ ਇਹਦੇ ਵਿੱਚ ਕਦੇ ਐ ਨਹੀਂ ਮੰਨ ਕੇ ਸਮਝਣਾ, ਮੰਨ ਕੇ ਨਹੀਂ ਚੱਲਣਾ ਵੀ ਜੇ ਆਪਾਂ ਇੱਥੇ x ਕਾਮਨ ਕੱਢਿਆ ਤਾਂ ਇਹਦੇ ਵਿੱਚ ਵੀ x ਹੀ ਹੋਊਗਾ। ਇਹ ਅੱਡ ਵੈਰੀਏਬਲ ਹੁੰਦੇ ਨੇ। ਦੇਖੋ ਕਿਵੇਂ, ਮੰਨ ਲਓ ਮੈਂ 90 ਕਮਾ ਰਿਹਾ, ਮੰਨ ਲਓ ਮੇਰਾ ਕਿੰਨਾ 9 ਤੇ 8 ਦਾ ਰੇਸ਼ੀਓ ਆ, ਠੀਕ ਆ। ਅਜ਼ੂਮ ਕਰੋ ਮੇਰਾ ਰੇਸ਼ੀਓ ਕਿੰਨੇ ਦਾ 9 ਤੇ 8 ਦਾ, ਸੈਲਰੀ ਦਾ ਹੋ ਗਿਆ, ਠੀਕ ਆ। ਇਹ ਸੈਲਰੀ ਹੋ ਗਈ 9 ਤੇ 8 ਦੇ ਅਨੁਪਾਤ ਵਿੱਚ। ਹੁਣ ਜੇ ਮੈਂ ਕਹਾਂ ਵੀ ਮੈਂ ਖਰਚ ਕਰ ਰਿਹਾ ਵੀ 13:15 ਦੇ ਵਿੱਚ, ਠੀਕ ਆ। ਇਹਨੂੰ ਧਿਆਨ ਨਾਲ ਸਮਝੋ। ਪਹਿਲਾਂ ਮੈਂ ਸੈਲਰੀ ਜਿਹੜੀ ਆ ਮੇਰੀ ਤਨਖਾਹ ਉਹ 9:8 ਦੇ ਵਿੱਚ ਆ। ਇੱਥੇ XY ਮੰਨ ਲਓ, ਚਲੋ XY ਤੇ ਖਰਚ ਕਿੰਨੇ ਕਰ ਰਿਹਾ ਮੈਂ 13 ਤੇ 15। ਕੀ ਇਹ ਹੋ ਸਕਦਾ? ਬਿਲਕੁਲ ਹੋ ਸਕਦਾ। ਦੇਖੋ ਇਹ ਜਿਹੜਾ ਇਹਦਾ ਵੈਰੀਏਬਲ ਹੁੰਦਾ ਇਹਦਾ x ਆ ਤੇ ਇਹਦਾ ਵੈਰੀਏਬਲ ਅੱਡ ਆ। ਉਹ ਕਿਵੇਂ? ਦੇਖੋ ਮੰਨ ਲਓ ਮੈਂ ਇਹਦਾ x ਆਪਾਂ ਕਿਉਂ, ਆਪਾਂ ਕੁਝ ਵੀ ਹੋ ਸਕਦਾ, x ਤਾਂ ਕੁਝ ਵੀ ਹੋ ਸਕਦਾ। ਜੇ x ਆਪਾਂ 100 ਮੰਨੀਏ ਤਾਂ ਇਹ 900 ਕਮਾ ਰਿਹਾ, ਇਹ 800 ਕਮਾ ਰਿਹਾ। ਹੁਣ ਜੇ ਮੈਂ y ਕਹਾਂ, y ਨੂੰ ਮੈਂ 10 ਕਹਾਂ, ਫੇਰ 130 ਖਰਚ ਕਰ ਰਿਹਾ, ਇਹ 150 ਖਰਚ ਕਰ ਰਿਹਾ। ਇਹ ਹੋ ਸਕਦਾ ਨਾ? ਬਿਲਕੁਲ ਹੋ ਸਕਦਾ, ਕਿਉਂਕਿ ਜੇ ਆਪਾਂ y ਨੂੰ y 10 ਆ, ਦੋਨਾਂ ਵਿੱਚੋਂ 10-10 ਕਾਮਨ ਕੱਢਿਆ ਹੋਇਆ, ਠੀਕ ਆ। ਇਸ ਲਈ ਆਪਾਂ ਕਦੇ ਵੀ ਇਹਨਾਂ ਨੂੰ ਇੱਕ ਵੈਰੀਏਬਲ ਨਹੀਂ ਮੰਨ ਕੇ ਚੱਲਣਾ। ਇਨਕਮ ਤੇ ਐਕਸਪੈਂਡੀਚਰ ਦਾ ਇਹਨਾਂ ਦਾ ਅੱਡ ਵੈਰੀਏਬਲ ਹੁੰਦਾ, ਇਹ ਗੱਲ ਧਿਆਨ ਰੱਖਣੀ ਆ। ਕਦੇ ਇਹਨਾਂ ਨੂੰ ਐ ਨਾ ਮੰਨ ਕੇ ਚੱਲੋ ਵੀ ਜੀ ਇਹਦੇ ਵਿੱਚੋਂ ਵੀ x ਹੀ ਕੱਢਿਆ ਹੋਇਆ। ਇਹ ਕਨਸੈਪਟ ਅੱਗੇ ਬਹੁਤ ਕੰਮ ਹੋਊਗਾ, ਇਹਨੂੰ ਧਿਆਨ ਨਾਲ ਨੋਟ ਕਰ ਲਓ ਇੱਥੇ ਤੱਕ, ਠੀਕ ਆ। ਹੁਣ ਅੱਗੇ ਦੇਖੋ, ਇਸੇ ਕੁਐਸਚਨ ਨੂੰ ਅੱਗੇ ਦੇਖੋ। ਹੁਣ ਇਹਦਾ ਹੁਣ ਇੱਥੇ ਦਾ ਸਿੰਪਲ ਤਰੀਕੇ ਨਾਲ ਹੋ ਰਿਹਾ। ਇਹਨਾਂ ਡਿਫਰੈਂਸ ਕਿੰਨਾ, ਜੇ ਦੋਨੋਂ ਕੀ ਕਰ ਰਹੇ ਨੇ, ਦੋਵੇਂ ਵਿਅਕਤੀਗਤ ਤੌਰ ਤੇ। ਦੁਬਾਰਾ ਕੁਐਸਚਨ ਨੂੰ ਸਮਝੋ। ਦੇਖੋ x ਅਤੇ, ਇੱਥੇ ਤੁਸੀਂ ਕਨਫਿਊਜ਼ ਹੋ ਰਹੇ ਹੋ ਨਾ, ਦੁਬਾਰਾ ਕੁਐਸਚਨ ਨੂੰ ਸਮਝੋ। x ਅਤੇ y ਦੀ ਸਾਲਾਨਾ ਆਮਦਨ 9:8 ਦੇ ਅਨੁਪਾਤ ਵਿੱਚ ਹੈ। ਉਹਨਾਂ ਦੇ ਖਰਚੇ ਦਾ ਅਨੁਪਾਤ 5:4 ਹੈ, ਠੀਕ ਆ। ਜੇ ਦੋਵੇਂ ਵਿਅਕਤੀਗਤ ਤੌਰ ਤੇ 5000 ਬਚਾ ਰਹੇ ਨੇ। ਹੁਣ ਦੇਖੋ ਜੇ ਇਨਕਮ ਕਿੰਨੀ ਆ 9 ਆ ਤੇ ਖਰਚ ਕਿੰਨੇ ਕਰ ਰਿਹਾ 5। ਹੁਣ ਇਹਦੀ ਬਚਤ ਕਿੰਨੀ ਹੋ ਗਈ 4 ਤੇ ਇਹਦੀ ਕਿੰਨੀ ਹੋ ਗਈ ਬਚਤ, ਇਹ ਸੇਵਿੰਗ ਹੋ ਗਈ, ਠੀਕ ਆ, ਸੇਵਿੰਗ। ਹੁਣ 4 ਕਿਹਦੇ ਬਰਾਬਰ ਦੇ ਰੱਖਿਆ? ਕਿਉਂਕਿ ਸੇਵਿੰਗ ਜਿਹੜੀ ਆ ਬਰਾਬਰ ਆ ਰਹੀ ਹੈ ਦੋਨਾਂ ਦੀ। ਬਰਾਬਰ ਕਿਉਂ ਆ ਰਹੀ ਆ? ਕਿਉਂਕਿ ਡਿਫਰੈਂਸ ਇਹਨਾਂ ਦਾ ਬਰਾਬਰ ਆ। ਇੱਥੇ ਵੀ ਡਿਫਰੈਂਸ ਇੱਕ ਦਾ ਤੇ ਇੱਥੇ ਵੀ ਡਿਫਰੈਂਸ ਇੱਕ ਦਾ। ਓਕੇ, ਮੈਂ ਪਹਿਲਾਂ ਸਮਝਾਇਆ ਸੀ ਤੁਹਾਨੂੰ ਡਿਫਰੈਂਸ ਬਰਾਬਰ ਕਿਉਂ ਹੁੰਦਾ, ਕਿਉਂਕਿ ਵਿਅਕਤੀਗਤ ਤੌਰ ਤੇ 5000 ਬਚਾ ਰਹੇ ਨੇ, ਤਾਂ ਕਰਕੇ ਡਿਫਰੈਂਸ ਬਰਾਬਰ ਹੈ ਇਹਨਾਂ ਦਾ। ਚਲੋ ਅੱਗੇ ਦੇਖੋ, ਹੁਣ 4 ਕਿਹਦੇ ਬਰਾਬਰ ਹੋ ਗਿਆ 5000 ਦੇ, 4 ਬਰਾਬਰ 5000 ਦੇ। ਹੁਣ ਇਹ ਸਮਝਾਉਣ ਦੀ ਲੋੜ ਤਾਂ ਨਹੀਂ ਡਿਫਰੈਂਸ ਕਿਵੇਂ ਬਰਾਬਰ ਆ, ਤੁਸੀਂ ਪਹਿਲਾਂ ਸਮਝਿਆ ਕਨਸੈਪਟ, ਉਹੀ ਕਨਸੈਪਟ ਇੱਥੇ ਲੱਗ ਰਿਹਾ। ਜੇ ਡਿਫਰੈਂਸ ਨਹੀਂ ਬਰਾਬਰ ਹੋਊਗਾ ਸਾਨੂੰ ਡਿਫਰੈਂਸ ਬਰਾਬਰ ਕਰਨਾ ਪਊਗਾ। ਓਕੇ, ਹੁਣ ਦੇਖੋ 5000, ਠੀਕ ਹੈ, 4 ਕਿਹਦੇ ਬਰਾਬਰ 5000 ਦੇ, ਤਾਂ y ਦਾ ਖਰਚਾ ਕੀ ਹੈ 5000 ਬਰਾਬਰ 4 ਦੇ, y ਦਾ ਖਰਚਾ ਕਿੰਨਾ 4, 4 ਨਾਲ 4 ਕੱਟਿਆ ਗਿਆ, ਆਂਸਰ ਕਿੰਨਾ ਆ ਗਿਆ 5000, ਆਪਸ਼ਨ ਏ। ਹੁਣ ਨੈਕਸਟ ਦੇਖੋ ਕੁਐਸਚਨ, ਦੇਖੋ ਉਹੀ ਕੁਐਸਚਨ ਆ ਗਿਆ। ਦੋ ਵਿਅਕਤੀ A ਅਤੇ B ਦੀ ਆਮਦਨ 2 ਅਤੇ 3 ਦੇ ਅਨੁਪਾਤ ਵਿੱਚ ਹੈ ਅਤੇ ਉਹਨਾਂ ਦਾ ਖਰਚ 4:7 ਦੇ ਅਨੁਪਾਤ ਵਿੱਚ ਹੈ। ਜੇਕਰ ਹਰ ਇੱਕ ਵਿਅਕਤੀ 4000 ਰੁਪਏ ਦੀ ਬਚਤ ਕਰਦਾ ਹੈ ਤਾਂ ਉਸ ਦੀ ਆਮਦਨ ਵਿੱਚ ਕੀ ਅੰਤਰ ਹੋਵੇਗਾ? ਦੇਖੋ ਇਨਕਮ ਕਿੰਨੀ ਆ A ਅਤੇ B ਦੀ 2:3। ਕਿੰਨੀ ਇਨਕਮ ਆ 2:3। ਓਕੇ, 2:3 ਆ ਗਿਆ A ਅਤੇ B ਦੀ ਇਨਕਮ। ਨੈਕਸਟ ਕੀ ਆ ਐਕਸਪੈਂਡੀਚਰ ਕਿੰਨਾ
4:3। ਹੁਣ ਤੁਸੀਂ ਇੱਥੇ ਐਂ ਨਹੀਂ ਸੋਚਣਾ ਵੀ ਜੇ 2 ਕਮਾ ਰਿਹਾ ਉਹਦੇ ਵਿੱਚ 4 ਕਿਵੇਂ ਖਰਚ ਕਰ ਸਕਦਾ। ਮੈਂ ਤੁਹਾਨੂੰ ਪਹਿਲਾਂ ਕੰਸੈਪਟ ਦੱਸਿਆ ਵੀ ਇਹਦਾ ਅੱਡ ਅੱਡ ਵੈਰੀਏਬਲ ਹੁੰਦੇ ਨੇ। ਜੇ ਇਹਦਾ x ਆ ਤਾਂ ਇਹਦਾ y ਹੋਊਗਾ। ਇਹਦਾ ਕੁਝ ਵੀ ਮੰਨ ਸਕਦੇ, ਇਹਦਾ a ਆ ਇਹਦਾ y ਮੰਨ ਲਓ, ਕੁਝ ਵੀ ਮੰਨ ਸਕਦੇ ਹੋ, ਬਟ ਵੈਰੀਏਬਲ ਅੱਡ ਅੱਡ ਹੋਣਗੇ ਐਕਸਪੈਂਡੀਚਰ ਤੇ ਇਨਕਮ ਦੇ। ਠੀਕ ਆ। ਉਸ ਤੋਂ ਬਾਅਦ ਕੀ ਕਰ ਰਿਹਾ, ਜੇਕਰ ਹਰ ਇੱਕ ਵਿਅਕਤੀ 4000 ਰੁਪਏ ਦੀ ਬਚਤ ਕਰਦਾ। ਠੀਕ ਆ। ਇੱਥੇ ਦੇਖੋ ਹੁਣ ਡਿਫਰੈਂਸ ਕਿੰਨੇ ਦਾ ਆ ਰਿਹਾ, ਇੱਥੇ ਕਿੰਨੇ ਦਾ ਡਿਫਰੈਂਸ ਆ 2, ਇੱਥੇ 2। ਹੁਣ ਆਪਾਂ ਕਹਿ ਨਹੀਂ ਸਕਦੇ ਵੀ 4000 ਕਰ ਰਿਹਾ ਕਿਵੇਂ ਆ। ਹੁਣ ਆਪਾਂ ਇਹਨੂੰ ਕਿਵੇਂ ਕਰਾਂਗੇ, ਕੀ ਕਰਨ ਦਾ ਤਰੀਕਾ ਕੀ ਆ, ਇਹਦਾ ਕਰਨ ਦਾ ਤਰੀਕਾ ਉਹੀ ਆ, ਇਹਨਾਂ ਡਿਫਰੈਂਸ ਦੇਖੋ, ਇਹਦਾ ਡਿਫਰੈਂਸ ਕਿੰਨਾ 1 ਤੇ ਇਹਦਾ ਡਿਫਰੈਂਸ 3। ਹੁਣ 3 ਨੂੰ ਇੱਥੇ ਗੁਣਾ ਕਰੋ ਤੇ 1 ਨੂੰ ਇੱਥੇ, 3 ਦੂਣੀ 6, 9, 4 ਤੇ 7। ਹੁਣ ਕਿੰਨਾ ਆ ਗਿਆ 2 ਐਂਡ 2। 2 ਕਿਹਦੇ ਬਰਾਬਰ ਆ, ਸਾਡੀ ਐਜੰਪਸ਼ਨ ਕਹਿ ਰਹੀ ਹੈ 2, ਇਹ 2 ਬਚਾ ਰਹੇ ਨੇ, 2 ਦੀ ਬਚਤ ਕਰਨਾ। ਹੁਣ ਦੀ ਇਨਕਮ ਕਿੰਨੀ ਆ, ਇਨਕਮ ਕਿੰਨੀ ਆ, ਸੌਰੀ ਇਨਕਮ 6 ਆ, ਉਹਦੇ ਵਿੱਚ 4 ਖਰਚ ਕਰ ਰਹੇ ਤਾਂ 2 ਬਚਤ ਹੋ ਗਈ ਹੈ। ਕਿਉਂਕਿ ਕੋਈ ਵੀ ਇਨਕਮ ਮੰਨ ਲਓ ਤੁਸੀਂ ਇਨਕਮ ਕਰ ਰਹੇ ਹੋ, ਉਹਦੇ ਵਿੱਚੋਂ ਜਾਂ ਤਾਂ ਖਰਚ ਕਰੋਗੇ ਜਾਂ ਬਚਤ ਕਰੋਗੇ, 2 ਹੀ ਕੰਮ ਕਰ ਸਕਦੇ ਹੋ। ਹੁਣ 6 ਕਮਾ ਰਹੇ ਨੇ, ਉਹਦੇ ਵਿੱਚ 4 ਖਰਚ ਕਰਤੇ, 2 ਬਚਤ। 2 ਕਿਹਦੇ ਬਰਾਬਰ ਆ 4000 ਦੇ, 2 ਕਿਹਦੇ ਬਰਾਬਰ ਹੋ ਗਿਆ 4000 ਦੇ। ਐਂਡ ਅੱਗੇ ਕੀ ਪੁੱਛਿਆ ਗਿਆ, ਤਾਂ ਉਸ ਦੀ ਆਮਦਨ ਵਿੱਚ ਕੀ ਅੰਤਰ ਹੈ, ਦੋਨਾਂ ਦੀ ਆਮਦਨ ਵਿੱਚ ਕੀ ਅੰਤਰ ਆ 3 ਦਾ। 3 ਕਿਹਦੇ ਬਰਾਬਰ ਆ 6000 ਦੇ। ਜਦੋਂ ਆਪਾਂ ਇਹਨੂੰ ਕੱਟਾਂਗੇ ਇੱਥੇ ਕੀ ਆ ਜਾਊਗਾ 2000। 3 ਕਿਹਦੇ ਬਰਾਬਰ ਆ 6000 ਦੇ। ਠੀਕ ਆ। ਇੱਥੇ ਆਪਾਂ ਡਿਫਰੈਂਸ ਬਰਾਬਰ ਕੀਤਾ, ਡਿਫਰੈਂਸ ਬਰਾਬਰ ਕਰਨ ਤੋਂ ਬਾਅਦ ਇਹ ਆਨਸਰ ਆ ਗਿਆ। ਓਕੇ, ਕਲੀਅਰ ਹੈ ਇੱਥੇ ਤੱਕ। ਹੁਣ ਨੈਕਸਟ ਕੁਐਸਚਨ ਦੇਖੋ, A ਅਤੇ B ਦੀ ਆਮਦਨ ਦਾ ਅਨੁਪਾਤ 3 ਅਤੇ 2 ਦੇ ਖਰਚ ਦਾ ਅਨੁਪਾਤ 4 ਅਤੇ 3, ਜੇ ਉਹ ਕ੍ਰਮਵਾਰ 2000 ਅਤੇ 900 ਰੁਪਏ ਦੀ ਬਚਤ ਕਰਦੇ। ਹੁਣ ਦੇਖੋ ਇੱਥੇ ਬਚਤ 9 ਅੱਡ ਅੱਡ ਆ ਗਈ ਨਾ। ਮੈਂ ਕੁਐਸਚਨ ਤੁਹਾਡੇ ਲਈ ਬਹੁਤ ਵਧੀਆ ਤਰੀਕੇ ਨਾਲ ਸੈੱਟ ਕਰ ਰਿਹਾ ਵੀ ਪਹਿਲਾਂ ਕਿਵੇਂ ਦਾ ਕਰਨਾ, ਈਜ਼ੀ ਕਰਨਾ, ਉਸ ਤੋਂ ਬਾਅਦ ਥੋੜਾ ਟਫ, ਥੋੜਾ ਇਹਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ। ਤੁਸੀਂ ਲਾਈਕ ਨਹੀਂ ਕਰ ਸਕਦੇ, ਲਾਈਕ ਕਰਨ 'ਚ ਕਿਹੜੀ ਮਿਹਨਤ ਲੱਗਦੀ ਹੈ, ਲਾਈਕ ਸ਼ੇਅਰ ਤਾਂ ਕਰ ਦਿਆ ਕਰੋ। ਜਿਹੜੇ ਬੱਚੇ ਨਵੇਂ ਨੇ ਉਹ ਸਬਸਕ੍ਰਾਈਬ ਕਰ ਲਓ। ਕੋਈ ਤੁਹਾਨੂੰ ਐਵੇਂ ਦਊਗਾ ਕੋਈ ਫਿੱਟ ਕਰਕੇ ਵੀ ਹਾਂ ਪਹਿਲਾਂ ਇਹ ਕੁਐਸਚਨ ਈਜ਼ੀ ਰੱਖੋ, ਫਿਰ ਉਸ ਤੋਂ ਬਾਅਦ ਮਿਹਨਤ ਲੱਗਦੀ ਹੈ ਇਹਦੇ ਵਿੱਚ ਕਿ ਨਹੀਂ। ਹੁਣ ਦੇਖੋ ਕੁਐਸਚਨ ਕੀ ਆ, A ਅਤੇ B, A ਅਤੇ B ਦੀ ਆਮਦਨ ਕਿੰਨੀ ਆ, ਇਨਕਮ 3:2 ਅਤੇ ਉਹਨਾਂ ਦਾ ਕੀ ਆ ਖਰਚ ਕਿੰਨਾ, ਐਕਸਪੈਂਡੀਚਰ ਕਿੰਨਾ 4:3। ਜੇ ਉਹ ਕ੍ਰਮਵਾਰ 2000 ਅਤੇ 900 ਬਚਾਉਂਦੇ ਹਨ। ਹੁਣ ਇੱਥੇ ਕਿਹੜਾ ਤਰੀਕਾ ਲੱਗਦਾ, ਇੱਥੇ ਲੱਗੂਗਾ ਜ਼ਿਗਜ਼ੈਗ ਮੈਥਡ, ਜਿਹਨੂੰ ਆਪਾਂ ਕਹਿੰਦੇ ਆ ਜ਼ਿਗਜ਼ੈਗ। ਦੇਖਿਆ ਹੋਊਗਾ ਤੁਸੀਂ, ਜੇ ਪਹਿਲਾਂ ਕਿਸੇ ਨੇ ਪੜ੍ਹਿਆ ਤਾਂ ਜ਼ਿਗਜ਼ੈਗ ਮੈਥਡ ਹੁੰਦਾ। ਠੀਕ ਆ। ਉਹ ਕਿਵੇਂ ਲੱਗਦਾ, ਪਹਿਲਾਂ ਇਹਨੂੰ ਇਹਦੇ ਨਾਲ ਗੁਣਾ ਕਰੋ, ਜਦੋਂ ਅੱਡ ਅੱਡ ਹੋਵੇ ਨਾ, ਅੱਡ ਅੱਡ ਇਹਨਾਂ ਦੀ ਬਚਤ ਹੋਵੇ, ਫਿਰ ਜ਼ਿਗਜ਼ੈਗ ਮੈਥਡ ਲੱਗਦਾ। ਇਹਨਾਂ ਨੂੰ ਗੁਣਾ ਕਰੋ, ਫਿਰ ਇਹਨਾਂ ਨੂੰ ਕਰੋ। ਦੇਖੋ ਇੱਥੇ 9 ਆ ਗਿਆ, ਇੱਥੇ ਕਿੰਨਾ ਆ ਗਿਆ। ਚਲੋ ਹੁਣ ਮੈਂ ਤੁਹਾਨੂੰ ਇੱਕ ਵਾਰੀ ਵੈਰੀਏਬਲ ਦਾ ਵੀ ਉਹ ਜਿਹੜਾ ਡਾਊਟ ਹੈ ਉਹ ਵੀ ਕਲੀਅਰ ਕਰਦਾ। ਹੁਣ ਦੇਖੋ ਇੱਥੇ x ਨੂੰ ਮੰਨ ਰਹੇ ਆਪਾਂ ਵੈਰੀਏਬਲ, ਇਹਨਾਂ ਨਾਲ x ਆ। ਠੀਕ ਆ, ਠੀਕ ਆ, x ਮੰਨ ਲਿਆ ਤੇ ਇੱਥੇ y ਆ। ਓਕੇ। ਹੁਣ ਜਦੋਂ ਆਪਾਂ ਇਹਨਾਂ ਦੋਨਾਂ ਨੂੰ ਗੁਣਾ ਕਰਾਂਗੇ ਇੱਥੇ ਕਿੰਨਾ ਆ ਜਾਊਗਾ 9xy, ਜਦੋਂ ਇਹਨਾਂ ਨੂੰ ਗੁਣਾ ਕਰਾਂਗੇ 8xy। ਠੀਕ ਆ, ਸਮਝ ਗਏ ਇੱਥੇ ਤੱਕ। ਹੁਣ ਉਸ ਤੋਂ ਬਾਅਦ ਕੀ ਕਰਨਾ, ਇਹਦੀ ਪਹਿਲੇ ਦੀ ਬਚਤ ਕਿੰਨੀ ਆ, A ਦੀ ਬਚਤ ਹੈਗੀ ਆ 2000 ਤੇ ਦੂਸਰੇ ਦੀ 900, ਸੌਰੀ 900। ਕਿੰਨੀ ਬਚਤ ਆ 900। ਓਕੇ। ਉਸ ਤੋਂ ਬਾਅਦ ਹੁਣ ਦੇਖੋ ਇਹਨੂੰ ਇਹਦੇ ਨਾਲ ਗੁਣਾ ਕਰ ਦੋ ਤੇ ਇਹਨੂੰ ਇਹਦੇ ਨਾਲ, ਕਿੰਨਾ ਆ ਗਿਆ ਇਹ 9 ਚੌਕੜਾ 3600 ਤੇ ਇਹ 6000, 6000 y ਤੇ ਇਹ 3600 y। ਹੁਣ ਜਦੋਂ ਆਪਾਂ ਇਹਨਾਂ ਦਾ ਡਿਫਰੈਂਸ ਲਵਾਂਗੇ, ਇਹਨਾਂ ਦਾ ਡਿਫਰੈਂਸ ਕਿੰਨਾ ਆ ਗਿਆ 1xy। ਓਕੇ, 1xy ਤੇ ਇਹਨਾਂ ਦਾ ਡਿਫਰੈਂਸ ਕਿੰਨਾ ਆ ਗਿਆ 2400xy, ਸੌਰੀ 2400y। 2400 ਆ ਗਿਆ ਨਾ, 2400y। ਹੁਣ y ਨਾਲ y ਗਿਆ, x ਕਿੰਨਾ ਆ ਗਿਆ 2400। ਓਕੇ, 2400 ਆਇਆ ਨਾ, ਤਾਂ ਉਹਨਾਂ ਦੀ ਆਮਦਨ ਪਤਾ ਕਰੋ। ਇਹਦੀ ਹੁਣ ਦੇਖੋ x ਨਾਲ ਗੁਣਾ ਕਰ ਦੋ, 3 ਗੁਣਾ x, 3 ਗੁਣਾ x ਕਿੰਨਾ ਆ ਗਿਆ 7200। ਇਸ ਤਰ੍ਹਾਂ ਇਹਨੂੰ 4800। ਠੀਕ ਆ ਆਨਸਰ।
ਹੁਣ ਮੈਂ x ਪਹਿਲਾਂ ਅਸਿਊਮ ਕਿਉਂ ਨਹੀਂ ਕਰ ਰਿਹਾ ਸੀ, ਕਿਉਂਕਿ ਡਿਵਾਈਡ ਵਿੱਚ ਹੁੰਦੇ ਨੇ x ਨਾਲ x ਕੱਟਿਆ ਜਾ ਰਿਹਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਕੰਸੈਪਟ ਆ, ਜਦੋਂ ਅੱਡ ਅੱਡ ਇਹ ਬਚਤ ਕਰਦੇ ਹੁਣ ਤਾਂ ਇੱਥੇ ਕੀ ਕੰਸੈਪਟ ਲੱਗੂਗਾ, ਇੱਥੇ ਲੱਗੂਗਾ ਜ਼ਿਗਜ਼ੈਗ ਮੈਥਡ। ਓਕੇ ਕਲੀਅਰ ਆ। ਇੱਥੇ ਤੱਕ ਕੀ ਕੀਤਾ, ਪਹਿਲਾਂ ਆਪਾਂ ਇਹਨਾਂ ਨੂੰ ਗੁਣਾ ਕੀਤਾ, ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਦੇਖੋ ਕਿਵੇਂ ਕੀਤਾ ਆਪਾਂ, ਪਹਿਲਾਂ ਇਹਨਾਂ ਨੂੰ ਗੁਣਾ ਕੀਤਾ ਇਹਨਾਂ ਦੋਨਾਂ ਨੂੰ, ਫਿਰ ਇਹਨਾਂ ਨੂੰ, ਚਾਹੇ ਪਹਿਲਾਂ ਇਹਨੂੰ ਕਰ ਲਓ ਕੋਈ ਚੱਕਰ ਨਹੀਂ, ਫਿਰ ਇਹਨਾਂ ਨੂੰ ਗੁਣਾ ਕੀਤਾ, ਫਿਰ ਉਸ ਤੋਂ ਬਾਅਦ ਇਹਨੂੰ, ਤੇ ਦੋਨਾਂ ਡਿਫਰੈਂਸ ਲੈ ਕੇ ਜਿਹੜੀ ਇਹ ਆ ਕੀ ਕਹਿੰਦੇ ਨੇ ਇਹਨੂੰ, ਰੇਸ਼ੀਓ ਦਾ ਡਿਫਰੈਂਸ ਕਿਹਦੇ ਬਰਾਬਰ ਹੁੰਦਾ, ਐਕਚੁਅਲ ਵੈਲਿਊ ਦੇ ਬਰਾਬਰ ਹੁੰਦਾ। ਠੀਕ ਹੈ ਨਾ, ਪਤਾ ਹੀ ਆ ਇਹ ਪਹਿਲਾਂ ਆਪਾਂ ਕਰਦੇ ਆਏ ਆ, ਇਹ ਤਾਂ ਬੇਸਿਕ ਆ। ਉਸ ਤੋਂ ਬਾਅਦ ਬਸ ਇਹੀ ਤੀ ਆਪਣਾ ਜਿਹੜਾ ਆਪਾਂ ਸੋਲਵ ਕਰਨਾ ਤੀ, ਉਸ ਤੋਂ ਬਾਅਦ ਤਾਂ ਬੇਸਿਕ ਤੀ ਆਪਣਾ ਜਿਵੇਂ ਆਪਾਂ ਪਹਿਲਾਂ ਸੋਲਵ ਕਰਦੇ ਆਏ ਆ। ਠੀਕ ਆ, ਉਮੀਦ ਕਰਦਾ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹੋਵੋਗੇ। ਤੇ ਜਦੋਂ ਤੁਸੀਂ ਬਾਰ-ਬਾਰ ਇਹਨੂੰ ਰਿਵਾਈਜ਼ ਕਰੋਗੇ, ਜੇ ਇੱਕ ਵਾਰ ਤੁਹਾਨੂੰ ਕਲਾਸ ਨਹੀਂ ਸਮਝ ਲੱਗ ਰਹੀ ਤਾਂ ਇਹਨੂੰ ਦੁਬਾਰਾ ਰਿਪੀਟ ਕਰਕੇ ਦੇਖ ਲਿਓ। ਰਿਪੀਟ ਕਰਨਾ ਕੋਈ ਤੁਹਾਡਾ ਕੁਛ ਨਹੀਂ ਲੱਗਦਾ, ਬਿੱਲ ਨਹੀਂ ਆਉਂਦਾ। ਆਨਲਾਈਨ ਦਾ ਤਾਂ ਇਹੀ ਫਾਇਦਾ ਵੀ ਤੁਸੀਂ ਕੱਲੀ ਗੱਲ ਨੂੰ ਦੁਬਾਰਾ ਉਸੇ ਤਰੀਕੇ ਨਾਲ ਸੁਣ ਸਕਦੇ ਹੋ। ਠੀਕ ਆ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। P ਅਤੇ Q 2 ਅਤੇ 1 ਦੇ ਅਨੁਪਾਤ ਵਿੱਚ ਕਮਾਉਂਦੇ ਹਨ, ਉਹ 5 ਅਤੇ 3 ਦੇ ਅਨੁਪਾਤ ਵਿੱਚ ਖਰਚ ਕਰਦੇ ਹਨ ਅਤੇ 4 ਅਤੇ 1 ਦੇ ਅਨੁਪਾਤ ਵਿੱਚ ਬਚਤ ਕਰਦੇ ਹਨ। ਜੇਕਰ P ਅਤੇ Q ਦੋਵਾਂ ਦੀ ਕੁੱਲ ਮਾਸਿਕ ਬਚਤ 5000 ਹੈ ਤਾਂ ਹਰ ਇੱਕ ਦੀ ਮਾਸਿਕ ਬਚਤ P ਅਤੇ Q ਇਹਨਾਂ ਦੀ ਇਨਕਮ ਕਿੰਨੀ ਆ, 2 ਤੇ 1, 2 ਤੇ 1 ਦੇ ਵਿੱਚ ਆ। ਠੀਕ ਆ, ਉਸ ਤੋਂ ਬਾਅਦ ਅਨੁਪਾਤ ਵਿੱਚ ਖਰਚ ਕਰਦੇ ਹਨ ਅਤੇ ਬਚਤ ਕਿੰਨੀ ਆ, ਖਰਚ ਕਿੰਨੀ ਆ, ਐਕਸਪੈਂਡੀਚਰ 4 ਅਨੁਪਾਤ 1। ਹੁਣ ਦੇਖੋ ਸੌਰੀ ਗਲਤ ਹੋ ਗਿਆ ਥੋੜਾ ਜਿਹਾ, ਇੱਥੇ ਕਿੰਨੀ ਆ ਐਕਸਪੈਂਡੀਚਰ ਕਿੰਨਾ, 5 ਅਨੁਪਾਤ 3, 5 ਅਨੁਪਾਤ 3 ਖਰਚ ਕਰਦੇ ਨੇ ਅਤੇ 4 ਅਨੁਪਾਤ 1 ਦੇ ਵਿੱਚ ਬਚਤ ਕਰਦੇ ਹਨ। ਦੋਨੋਂ ਕਿੰਨੀ ਬਚਤ ਕਰਦੇ ਨੇ, 4 ਅਨੁਪਾਤ 1 ਦੇ ਵਿੱਚ। ਠੀਕ ਆ, ਹੁਣ ਇੱਥੇ ਜ਼ਿਗਜ਼ੈਗ ਮੈਥਡ ਲਾਉਣ ਲਈ ਪਹਿਲਾਂ ਆਪਾਂ ਕੀ ਕਰਨਾ, ਆਪਾਂ ਬਚਤ ਦੀ ਐਕਚੁਅਲ ਵੈਲਿਊ ਕੱਢਣੀ ਆ। ਜਿਵੇਂ ਪਿਛਲਾ ਕੁਐਸਚਨ ਸੀ ਉਹ ਦੇਖੀ ਹੋਊਗਾ ਤੁਸੀਂ। ਹੁਣ ਆਪਾਂ 4 ਤੇ ਮੰਨ ਲੈਂਦੇ ਵੀ ਇਹ 4 ਬਚਾਉਂਦਾ, P 4 ਤੇ ਇਹ 1 ਬਚਾਉਂਦਾ, ਸਾਡਾ ਕਿੰਨਾ ਆ ਗਿਆ 5। ਬਟ ਐਕਚੁਅਲ ਕਿੰਨਾ ਦਿੱਤਾ ਹੈ, P ਅਤੇ Q ਦੀ ਕੁੱਲ ਮਾਸਿਕ ਬਚਤ ਕਿੰਨੀ ਆ, 5000 ਰੁਪਏ ਹੈ। 5 ਕਿਹਦੇ ਬਰਾਬਰ, 5000 ਦੇ, 4 ਕਿਹਦੇ ਬਰਾਬਰ ਆ ਜਾਊਗਾ, 4000 ਦੇ, ਤੇ 1 1000 ਦੇ। ਹੁਣ ਇੱਥੇ ਆ ਜਾਊਗਾ ਜ਼ਿਗਜ਼ੈਗ ਮੈਥਡ ਜਿਹੜਾ ਆਪਾਂ ਕੀਤਾ ਸੀ। ਹੁਣ ਇੱਥੇ ਚਾਹੇ x y ਅਜ਼ੂਮ ਕਰੋ ਚਾਹੇ ਨਾ ਕਰੋ, ਕਿਉਂਕਿ ਉਹ ਡਿਵਾਈਡ ਵਿੱਚ ਕੱਟਿਆ ਜਾਣਾ। ਇਹ ਕਿੰਨਾ ਹੋ ਜਾਊਗਾ 6, ਇੱਥੇ 5, ਇੱਥੇ ਇਹ 5000, 5000, ਇਹ 12000। ਇੱਕ ਕਿਹਦੇ ਬਰਾਬਰ ਹੋ ਗਿਆ, ਦੋਨਾਂ ਡਿਫਰੈਂਸ, ਰੇਸ਼ੀਓ ਦਾ ਡਿਫਰੈਂਸ ਕਿਹਦੇ ਬਰਾਬਰ, ਐਕਚੁਅਲ ਵੈਲਿਊ ਦੇ 7000। ਉਸ ਤੋਂ ਬਾਅਦ ਕੀ ਪੁੱਛਿਆ ਗਿਆ, ਤਾਂ ਹਰੇਕ ਦੀ ਮਾਸਿਕ ਆਮਦਨ 2 ਬਰਾਬਰ 14 ਦੇ ਤੇ 1 7000, 14 ਤੇ 7000। ਆਪਸ਼ਨ A will be the right answer. ਓਕੇ, ਨੈਕਸਟ ਕੁਐਸਚਨ ਦੇਖੋ। ਹੁਣ P ਅਤੇ Q ਬਚਤ ਕਰਦੇ ਹਨ, P ਇਹ ਬਿਲਕੁਲ ਸੇਮ ਹੈ, ਇਹ ਤੁਹਾਡਾ ਹੋਮਵਰਕ। ਅਗਲਾ ਕੀ ਆ, A ਅਤੇ B ਦੀ ਆਮਦਨ ਦਾ ਅਨੁਪਾਤ 2 ਅਤੇ 3 ਅਤੇ ਉਹਨਾਂ ਦੇ ਖਰਚਿਆਂ ਦਾ ਅਨੁਪਾਤ 1 2 ਹੈ। ਜੇਕਰ B ਦੇ ਖਰਚੇ ਦਾ 90% A ਦੀ ਆਮਦਨ ਦੇ ਬਰਾਬਰ। ਹੁਣ ਦੇਖੋ ਇੱਥੇ ਤੁਹਾਨੂੰ ਵੇਰੀਏਬਲ ਦੀ ਲੋੜ ਪਊਗੀ, ਦੇਖੋ ਕਿਉਂ, A ਅਤੇ B ਉਹਨਾਂ ਦੇ ਖਰਚੇ ਦਾ, ਉਹਨਾਂ ਦੀ ਇਨਕਮ ਕਿੰਨੀ ਆ, A ਅਤੇ B ਦੀ 2 ਅਨੁਪਾਤ 3, ਐਕਸਪੈਂਡੀਚਰ ਕਿੰਨਾ, ਖਰਚੇ ਨੂੰ ਆਪਾਂ ਐਕਸਪੈਂਡੀਚਰ ਕਿੰਨਾ ਹੋ ਗਿਆ, 1 ਅਨੁਪਾਤ 2। ਓਕੇ, ਜੇਕਰ B ਦੇ ਖਰਚੇ ਦਾ, ਹੁਣ ਇੱਥੇ ਦੇਖੋ B ਦਾ ਖਰਚਾ ਕਿੰਨਾ, B ਦਾ ਖਰਚਾ 2 ਦੇ, ਜੇਕਰ B ਦੇ ਖਰਚੇ ਦਾ 90%, 90%, ਓਕੇ, B ਦਾ ਖਰਚਾ ਕਿੰਨਾ 2, ਉਹਦਾ 90% ਕਿੰਨਾ ਹੋ ਜਾਊਗਾ, 90% ਦਾ ਮਤਲਬ 90/100 ਕਿਹਦੇ ਬਰਾਬਰ ਆ, A ਦੀ ਆਮਦਨ ਦੇ। A ਦੀ ਆਮਦਨ ਕਿੰਨੀ ਆ, A ਦੀ ਆਮਦਨ 2। ਠੀਕ ਆ, ਬਸ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝੋ, ਜਿਵੇਂ ਜਿਵੇਂ ਸ਼ਬਦ ਕਹਿ ਰਹੇ ਨੇ, ਜਿਵੇਂ ਜਿਵੇਂ ਕੁਐਸਚਨ ਕਹਿ ਰਿਹਾ ਉਵੇਂ ਕਰੋ। ਮੈਂ ਦੇਖੋ ਕੁਛ ਨਹੀਂ ਕੀਤਾ ਹੋਰ, ਜਿਵੇਂ ਕਹਿ ਰਿਹਾ ਸੀ ਕੁਐਸਚਨ ਉਵੇਂ ਹੀ ਕੀਤਾ। ਹੁਣ ਇੱਥੇ ਵੈਰੀਏਬਲ ਦੀ ਲੋੜ ਕਿਉਂ ਪਊਗੀ, ਕਿਉਂਕਿ ਇਹ ਦੇਖੋ ਇਹ ਦੋਨੋਂ ਇੱਕੋ ਨਹੀਂ ਹੈਗੇ, ਜਿਹੜੇ ਇਹ ਦਿੱਤਾ 1 ਤੇ 2 ਇਹ ਇੱਕੋ ਵੇਰੀਏਬਲ ਨਹੀਂ ਹੈਗਾ, ਕਿਉਂਕਿ 2 ਨਾਲ 2 ਆਪਾਂ ਕੱਟਿਆ ਜਾਣਾ। ਇਹ ਜੇ ਆਪਾਂ ਵੇਰੀਏਬਲ ਨਹੀਂ ਲਵਾਂਗੇ ਤਾਂ ਇਹ ਕੱਟਿਆ ਜਾਊਗਾ। ਹੁਣ ਦੇਖੋ ਜੇਕਰ ਹੁਣ ਕੁਐਸਚਨ ਦੁਬਾਰਾ, ਜੇਕਰ B ਦੇ ਖਰਚ ਦਾ 90%, B ਦਾ ਖਰਚਾ ਆਪਾਂ ਇਹਨੂੰ y ਮੰਨ ਲੈਣਾ, ਦੋਨਾਂ ਨੂੰ 2y ਦਾ 90%, ਇਹਨੂੰ x ਮੰਨ ਲਓ।
ए दे आमदन ਦੇ ਬਰਾਬਰ ਹੈ, ਇੱਥੇ ਲਿਖਿਆ ਹੋਇਆ ए ਦੇ ਆਮਦਨ ਦੇ ਬਰਾਬਰ ਹੈ, ਇਹਨੂੰ x ਮੰਨ ਲਓ। 2 ਨਾਲ 2 ਕੱਟਿਆ ਗਿਆ, y 90 ਐਂਡ ਇਹ ਇੱਧਰ ਜਾ ਕੇ ਗੁਣਾ ਹੋ ਜੂ 100x, 0 ਨਾਲ 0। ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਲਾਸਟ ਕਲਾਸ ਵਿੱਚ ਵੀ ਜੋ ਸਾਹਮਣੇ ਹੁੰਦਾ ਉਹ ਉਹਦਾ ਰੇਸ਼ੀਓ ਬਣ ਜਾਣਾ ਹੁੰਦਾ, ਇਹਦਾ ਰੇਸ਼ੀਓ ਇਹ, ਇਹਦਾ ਇਹ x y ਕਿੰਨਾ ਆ ਗਿਆ 9:10। ਇੱਥੇ ਹੁਣ ਦੇਖੋ ਇੱਥੇ ਗੁਣਾ ਕਰ ਦਿਓ x ਨੂੰ, ਜਦੋਂ ਆਪਾਂ ਇਹਨੂੰ x ਨੂੰ ਇੱਥੇ ਗੁਣਾ ਕਰਾਂਗੇ ਕਿੰਨਾ ਹੋ ਜਾਊਗਾ 18, 9 ਦੂਣੀ 18, 27, ਇੱਥੇ 10 ਐਂਡ 20। ਤਾਂ A ਅਤੇ B ਦੀ ਬਚਤ, A ਅਤੇ B ਦੀ ਬਚਤ ਕਿੰਨੀ ਹੋਗੀ, ਇਹ ਕਿੰਨਾ ਹੋ ਗਿਆ ਇਨਕਮ, ਇਹ ਐਕਸਪੈਂਡੀਚਰ, ਉਸ ਤੋਂ ਬਾਅਦ ਇਹ ਸੇਵਿੰਗ। ਮੈਂ ਤੁਹਾਨੂੰ ਦੱਸਿਆ ਤੇ ਇਨਕਮ ਵਿੱਚੋਂ ਆਪਾਂ ਦੋ ਹੀ ਚੀਜ਼ਾਂ ਕਰ ਸਕਦੇ ਹਾਂ, ਜਾਂ ਤਾਂ ਐਕਸਪੈਂਡੀਚਰ ਖਰਚ ਜਾਂ ਫਿਰ ਸੇਵਿੰਗ। ਸੇਵਿੰਗ ਕਿੰਨੀ ਹੋਗੀ 8, ਇੱਥੇ ਕਿੰਨਾ ਆ ਗਿਆ 7, ਕਿੰਨਾ ਆ ਗਿਆ 8 ਰੇਸ਼ੀਓ 7, ਆਪਸ਼ਨ ਡੀ। ਠੀਕ ਆ, ਸਮਝ ਗਏ, ਈਜੀ ਤੀ ਇਹ ਵੀ। ਹੁਣ ਨੈਕਸਟ ਦੇਖੋ, ਆਸਾਨ ਤੀ। ਪਿਛਲੇ ਸਾਲ ਦੇ A ਅਤੇ B ਦੇ ਵਿਅਕਤੀਗਤ ਆਮਦਨ ਦਾ ਅਨੁਪਾਤ 25 ਹੈ, 12:25 ਹੈ। ਪਿਛਲੇ ਸਾਲ ਦੀ ਆਮਦਨ ਅਤੇ ਚਾਲੂ ਸਾਲ ਦੀ A ਅਤੇ B ਦੀ ਆਮਦਨ ਦਾ ਅਨੁਪਾਤ ਕ੍ਰਮਵਾਰ 4:7 ਹੈ, 5:2 ਹੈ। ਤੇ A ਅਤੇ B ਦੀ ਦੇਖੋ ਦੁਬਾਰਾ ਇੱਥੇ A ਅਤੇ B ਦੀ ਆਮਦਨ ਦਾ ਅਨੁਪਾਤ ਕ੍ਰਮਵਾਰ 4:7, 5:2 ਹੈ। ਦੋਵਾਂ ਦੀ ਮੌਜੂਦਾ ਆਮਦਨ ਦਾ ਜੋੜ 31,000 ਰੁਪਏ। ਪਹਿਲਾਂ ਜਿਵੇਂ ਜਿਵੇਂ ਕੁਐਸਚਨ ਕਹਿ ਰਿਹਾ ਛੋਟਾ ਕਰੋ ਇਹਨੂੰ। A ਅਤੇ B ਦੀ ਵਿਅਕਤੀਗਤ ਆਮਦਨ ਦਿੱਤੀ ਹੋਈ ਆ ਕਿੰਨੀ ਆ 12 ਐਂਡ 25। ਠੀਕ ਆ, ਇੱਥੇ ਤੱਕ ਹੋ ਗਿਆ। ਪਿਛਲੇ ਸਾਲ ਦੀ ਆਮਦਨ ਅਤੇ ਚਾਲੂ ਸਾਲ ਦੀ A ਅਤੇ B ਦੀ ਆਮਦਨ। ਪਿਛਲੇ ਸਾਲ ਨੂੰ ਆਪਾਂ ਕੀ ਲਿਖਾਂਗੇ, ਪਿਛਲੇ ਸਾਲ ਨੂੰ ਆਪਾਂ ਐਂ ਲਿਖ ਲੈਂਦੇ ਹਾਂ ਲਾਸਟ ਈਅਰ ਐਂਡ ਕਰੰਟ ਈਅਰ। ਕੀ ਕਹਿ ਰਿਹਾ A ਅਤੇ B ਦੀ ਆਮਦਨ, ਇੱਥੇ ਅੱਗੇ ਲਿਖਿਆ ਹੋਇਆ ਨਾ A ਅਤੇ B ਦੀ ਆਮਦਨ। ਦੇਖੋ ਇੱਥੇ A ਅਤੇ B ਦੀ ਆਮਦਨ ਦਾ ਅਨੁਪਾਤ, ਲਾਸਟ ਈਅਰ A ਦੀ ਆਮਦਨ ਕਿੰਨੀ ਸੀ 4 ਐਂਡ B ਦੀ, ਲਾਸਟ ਈਅਰ A ਦੀ ਆਮਦਨ ਸੀ 4, ਕਰੰਟ ਈਅਰ ਕਿੰਨੀ ਆ 7, ਕਿਉਂਕਿ ਕ੍ਰਮਵਾਰ ਇੱਥੇ ਲਿਖਿਆ ਹੋਇਆ ਨਾ, ਦੇਖੋ ਅਨੁਪਾਤ ਕ੍ਰਮਵਾਰ ਚਾਲੂ ਸਾਲ, ਪਿਛਲੇ ਸਾਲ ਅਤੇ ਚਾਲੂ ਸਾਲ। ਇਹ ਪਿਛਲੇ ਸਾਲ ਦੀ ਹੋਗੀ, ਇਹ ਚਾਲੂ ਸਾਲ। ਇਸ ਤਰ੍ਹਾਂ ਇਹ ਪਿਛਲੇ ਸਾਲ ਦੀ ਆ, ਇਹ ਹੁਣ ਦੀ ਆ। B ਦੀ ਪਿਛਲੇ ਸਾਲ ਦੀ ਕਿੰਨੀ ਆ 5 ਤੇ ਇੱਥੇ 2। ਹੁਣ ਇੱਥੇ ਆ ਜਾਓ ਦੁਬਾਰਾ, ਇਹ ਕੀ ਤੀ A ਅਤੇ B ਦੀ ਵਿਅਕਤੀਗਤ ਆਮਦਨ ਦਾ ਅਨੁਪਾਤ। ਪਿਛਲੇ ਸਾਲ A ਅਤੇ B ਦੀ ਵਿਅਕਤੀਗਤ ਆਮਦਨ, ਇਹ ਕੀਤੀ ਲਾਸਟ ਈਅਰ A ਅਤੇ B ਦੀ ਆਮਦਨ। ਓਕੇ, ਹੁਣ ਦੇਖੋ ਇੱਥੇ ਲਾਸਟ ਈਅਰ B ਦੀ A ਦੀ ਆਮਦਨ ਕਿੰਨੀ ਤੀ 12, ਇੱਥੇ ਕਿੰਨੀ ਦੇ ਰੱਖੀ ਆ 4, ਇਹ ਬਰਾਬਰ ਹੋਣਾ ਚਾਹੀਦਾ। ਇੱਥੇ ਕਿੰਨੀ ਤੀ B ਦੀ 25, ਇੱਥੇ 5, ਇਹ ਵੀ ਬਰਾਬਰ ਹੋਣਾ ਚਾਹੀਦਾ ਹੈ ਨਾ। ਇਹ ਤਾਂ ਕਲੀਅਰ ਆ, ਬੇਸਿਕ ਆ, ਪਿਛਲੀ ਕਲਾਸਾਂ ਵਿੱਚ ਆਪਾਂ ਕਰਦੇ ਆਏ ਆ। ਹੁਣ ਇਹਨੂੰ ਬਰਾਬਰ ਕਰਨ ਲਈ ਕੀ ਕਰਾਂਗੇ, ਇਹਨੂੰ 3 ਨਾਲ ਗੁਣਾ ਕਰ ਦਿਓ, ਇਹਨੂੰ ਬਰਾਬਰ ਕਰਨ ਲਈ ਕੀ ਕਰੋਗੇ 5 ਨਾਲ। ਹੁਣ ਇਹ ਰਿਲੇਸ਼ਨ ਦੇ ਵਿੱਚ ਨੇ ਦੋਨੋਂ, ਜੇ ਇੱਥੇ 3 ਗੁਣਾ ਕਰਾਂਗੇ 3 ਨਾਲ ਇੱਥੇ ਵੀ ਗੁਣਾ ਹੋਊਗਾ। A ਦਾ ਹੁਣ ਕਿੰਨਾ ਆ ਗਿਆ, ਲਾਸਟ ਈਅਰ ਇਨਕਮ ਕਿੰਨੀ ਤੀ 12, ਹੁਣ ਦੀ ਕਿੰਨੀ ਆ 21 ਸੌਰੀ। ਹੁਣ ਇੱਥੇ B ਦੀ ਲਾਸਟ ਈਅਰ ਇਨਕਮ ਕਿੰਨੀ ਤੀ 25, ਕਰੰਟ ਈਅਰ ਕਿੰਨੀ ਆ 10। ਇਹ ਕਰੰਟ ਈਅਰ ਆ, ਇਹ ਲਾਸਟ ਈਅਰ। ਹੁਣ ਕੀ ਕਹਿ ਰਿਹਾ ਕੁਐਸਚਨ, ਦੋਵਾਂ ਦੀ ਮੌਜੂਦਾ ਆਮਦਨ ਦਾ ਜੋੜ 31,000 ਹੈ। ਦੋਵਾਂ ਦੀ ਜਿਹੜੀ ਆਪਾਂ ਮੰਨੀ ਆ, ਜ਼ੂਮ ਕੀਤੀ ਆ, ਇਨਕਮ ਕਿੰਨੀ ਆ, ਕਰੰਟ ਈਅਰ ਕਿੰਨੀ ਆ 21 ਤੇ 10 31। ਇਹ ਆ ਸਾਡੀ ਐਜੰਪਸ਼ਨ। 31 ਕਿਹਦੇ ਬਰਾਬਰ ਆ, ਐਕਚੁਅਲ ਵੈਲਿਊ ਕਿੰਨੀ ਆ 31,000। ਫਿਰ ਪਤਾ ਕਰੋ A ਅਤੇ B ਦੀ ਵਰਤਮਾਨ ਅਨੁਪਾਤ ਵੱਖਰੇ ਤੌਰ ਤੇ। ਫਿਰ ਦੋਨਾਂ ਦੀ A ਅਤੇ B ਦੀ ਆਮਦਨ ਪਤਾ ਕਰਨੀ ਆ। A ਦੀ ਆਮਦਨ ਕਿੰਨੀ ਆ 21 ਤੇ B ਦੀ 10। ਹੁਣ 31,000 ਦੇ 1 ਕਿਹਦੇ ਬਰਾਬਰ ਹੈ 1,000। 1,000 ਨੂੰ ਜੇ ਇਹਦੇ ਨਾਲ ਗੁਣਾ ਕਰਾਂਗੇ 21,000 ਹੋ ਜਾਊਗਾ, ਇਹਦੇ ਨਾਲ ਗੁਣਾ ਕਰਾਂਗੇ 10,000। 21,000 ਐਂਡ 10,000 ਕਿੱਥੇ ਆ, ਇਹ 21,000 ਐਂਡ 10,000 ਕਿੱਥੇ ਆਨਸਰ ਇਹ ਆਪਸ਼ਨ A। ਠੀਕ ਆ, ਹੁਣ ਨੈਕਸਟ ਕੁਐਸਚਨ ਦੇਖੋ, ਇਹਦਾ ਸੌਖੀ ਤੇ ਇਹ ਲਾਸਟ ਈਅਰ ਇਨਕਮ ਦਿੱਤੀ ਹੋਈ ਆ A ਦੀ 12, ਇੱਥੇ ਦਿੱਤੀ ਸੀ 4, ਆਪਾਂ ਬਰਾਬਰ ਕਰ ਲਿਆ। B ਦੀ ਦਿੱਤੀ ਸੀ 5, ਇੱਥੇ ਆਪਾਂ ਬਰਾਬਰ ਕਰ ਲਿਆ। ਠੀਕ ਆ, ਨੈਕਸਟ ਦੇਖੋ, A B C ਦੀ ਆਮਦਨ ਦਾ ਅਨੁਪਾਤ 7 9 12 ਹੈ, ਖਰਚ ਦਾ ਅਨੁਪਾਤ 8 9 15 ਹੈ। ਜੇਕਰ A ਦੀ ਬਚਤ ਇਸ ਦੀ ਆਮਦਨ ਦਾ, ਪਹਿਲਾਂ ਸੋਲਵ ਕਰੋ ਇਹਨੂੰ ਛੋਟਾ ਕਰਕੇ, A
B, C. The ratio of the income A, B, and C is the 7, 9, 12. The ratio of expenditure 8, 9, 15. If savings of A is 1/4 of its income, find the ratio of 3 savings. Bilingual ਆ ਤੁਸੀਂ ਤਾਂ ਜਿਹੜਾ ਮਰਜ਼ੀ ਪੜ੍ਹ ਲਿਆ ਕਰੋ, ਤਾਂ ਕਰਕੇ ਮੈਂ ਇੰਗਲਿਸ਼ ਵਿੱਚ ਪੜ੍ਹ ਲਿਆ ਹੁਣ ਕੁਐਸਚਨ, ਠੀਕ ਆ। ਇਨਕਮ ਕਿੰਨੀ ਆ, ਆਮਦਨ 7, 9, 12, ਓਕੇ। ਇਨਕਮ 7, 9, 12। ਉਸ ਤੋਂ ਬਾਅਦ ਐਕਸਪੈਂਡੀਚਰ ਇਹ ਕਿੰਨਾ 8, 9, 15। ਅੱਡ ਅੱਡ ਵੈਰੀਏਬਲ ਇਹਦਾ ਐਕਸ ਆ, ਜੇ ਇਹਦਾ ਐਕਸ ਆ ਇਹਦਾ ਵਾਈ, ਕੁਛ ਵੀ ਮੰਨ ਸਕਦਾ। ਇਹ ਐਕਸ ਮੰਨ ਲਓ, ਏ ਮੰਨ ਲਓ, ਬੀ ਮੰਨ ਲਓ, ਕੁਛ ਵੀ। ਜੇਕਰ ਏ ਦੀ ਬਚਤ ਦਾ ਇਸ ਦੀ ਆਮਦਨ ਦਾ ਸੌਰੀ ਦੇਖੋ, ਜੇਕਰ ਏ ਦੀ ਬਚਤ ਇਸ ਦੀ ਆਮਦਨ ਦਾ 1/4 ਹੈ, ਠੀਕ ਆ। ਏ ਦੀ ਐਕਸਪੈਂਡੀਚਰ ਪਤਾ ਸਾਨੂੰ, ਸੇਵਿੰਗ ਪਤਾ ਤੁਹਾਨੂੰ, ਏ ਦੀ ਸੇਵਿੰਗ ਕਿੰਨੀ ਆ ਨਹੀਂ। ਇੱਥੇ ਕੀ ਕਹਿ ਰਿਹਾ, ਇਹ ਕੀ ਆ 1/4। ਜੇ ਇਹ ਐਕਸਪੈਂਡੀਚਰ ਕੀ ਆ, ਇਹ ਜੇਕਰ ਏ ਦੀ ਬਚਤ ਇਸ ਦੀ ਆਮਦਨ ਦਾ, ਇਹ ਕੀ ਆ ਸੇਵਿੰਗ ਆ, ਇਹ ਸੇਵਿੰਗ ਆ, ਇਹ ਇਨਕਮ ਆ। ਇਹਦੇ ਕਹਿਣ ਦਾ ਮਤਲਬ ਇਹ ਆ ਵੀ ਜੇ ਇਹ 4 ਰੁਪਏ ਕਮਾ ਰਿਹਾ ਤਾਂ ਉਹਦੇ ਵਿੱਚ ਸੇਵਿੰਗ ਕਿੰਨੇ ਕਰ ਰਿਹਾ, 1। ਸੇਵਿੰਗ ਜੇ 1 ਕਰ ਰਿਹਾ ਤਾਂ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਇਨਕਮ ਵਿੱਚੋਂ ਆਪਾਂ ਦੋ ਹੀ ਚੀਜ਼ਾਂ ਕਰ ਸਕਦੇ ਹਾਂ, ਜਾਂ ਐਕਸਪੈਂਡੀਚਰ ਖਰਚ ਕਰਾਂਗੇ ਜਾਂ ਸੇਵਿੰਗ ਕਰਾਂਗੇ। ਤਾਂ ਇਹਦਾ ਮਤਲਬ ਕੀ ਹੋਇਆ ਵੀ ਜੇ 4 ਵਿੱਚੋਂ 1 ਖਰਚ ਕਰ ਰਿਹਾ, 1 ਬਚਾ ਰਿਹਾ, ਤਾਂ ਖਰਚ ਕਿੰਨੇ ਕਰ ਰਿਹਾ, 3। 3 ਕੀ ਆ, ਇਹ 3 ਐਕਸਪੈਂਡੀਚਰ 3 ਆ, ਤਾਂ ਇਨਕਮ ਕਿੰਨੀ ਆ 4। ਹੁਣ ਦੇਖੋ ਕੁਐਸਚਨ ਤੇ ਆ ਜਾਓ ਹੁਣ ਦੁਬਾਰਾ, ਇੱਥੇ ਤੱਕ ਗੱਲ ਸਮਝ ਗਏ ਵੀ ਜੇ ਤੁਸੀਂ 1 ਬਚਾ ਰਹੇ ਹੋ, ਆਪਣੀ ਤਨਖਾਹ ਵਿੱਚੋਂ 1 ਬਚਾ ਰਹੇ ਹੋ, ਤਾਂ ਖਰਚ ਕਿੰਨੇ ਕਰ ਰਹੇ ਹੋ। ਜੇ ਤੁਹਾਡੀ ਆਮਦਨ 4 ਆ, ਜੇ ਉਹਦੇ ਵਿੱਚੋਂ 1 ਖਰਚ ਕਰਤਾ ਤਾਂ ਤੁਸੀਂ ਬਚਤ ਕਿੰਨੀ ਕਰ ਰਹੇ ਹੋ, 3 ਦੇ। ਸੌਰੀ ਦੁਬਾਰਾ ਸਮਝੋ, ਜੇ ਤੁਹਾਡੀ ਆਮਦਨ 4 ਆ, ਉਹਦੇ ਵਿੱਚੋਂ 1 ਰੁਪਈਆ ਬਚਾ ਰਹੇ ਹੋ, ਤਾਂ ਖਰਚ ਕਿੰਨੇ ਕਰ ਰਹੇ ਹੋ, 3। ਇਹ ਤਰੀਕੇ ਨਾਲ ਇੱਥੇ ਸਮਝੋ, ਜੇ ਤੁਸੀਂ ਹੁਣ 4 ਆ, 1 ਬਚਾ ਲਿਆ, 3 ਖਰਚਤਾ, ਠੀਕ ਆ। ਹੁਣ ਕੁਐਸਚਨ ਤੇ ਦੇਖੋ, ਜੇਕਰ ਏ ਦੀ ਬਚਤ ਇਸ ਦੀ ਆਮਦਨ ਦਾ, ਹੁਣ ਸਾਨੂੰ ਏ ਦੀ ਬਚਤ ਤਾਂ ਪਤਾ ਨਹੀਂ, ਠੀਕ ਆ, ਸਾਨੂੰ ਏ ਦੀ ਕੀ ਆ ਖਰਚ ਪਤਾ, ਏ ਕਿੰਨਾ ਖਰਚ ਕਰਦਾ 8y। 8y ਜੇਕਰ ਏ ਦੀ ਬਚਤ ਨੂੰ ਆਪਾਂ ਨਾ ਕਹਿ ਕੇ ਏ ਦਾ ਖਰਚ ਕਹਿ ਲਈਏ, ਏ ਦਾ ਖਰਚ ਕਹਿ ਲਈਏ, ਠੀਕ ਆ। ਏ ਦਾ ਖਰਚ ਇਸ ਦੀ ਆਮਦਨ ਦਾ, ਆਮਦਨ ਦਾ ਕਿੰਨਾ ਹੋ ਜਾਊਗਾ, ਆਮਦਨ ਕਿੰਨੀ ਆ 7x, ਆਮਦਨ ਦਾ 3/4 ਆਪਾਂ ਕਹਿ ਸਕਦੇ ਹਾਂ। ਆਪਾਂ ਨੂੰ ਸੇਵਿੰਗ ਦਾ ਪਤਾ ਨਹੀਂ ਸੀ, ਬਟ ਜਿਹੜਾ ਖਰਚਾ ਇਹਦਾ ਆਮਦਨ ਦਾ 3/4 ਹੈ, ਠੀਕ ਆ। ਸਮਝ ਰਹੇ ਹੋ ਉੱਥੇ ਤੱਕ ਗੱਲ, ਦੇਖੋ ਕਲੀਅਰ। ਦੁਬਾਰਾ ਹੁਣ ਫੇਰ ਸਮਝੋ, ਜੇ ਆਪਾਂ ਏ ਦੀ ਬਚਤ ਸਾਨੂੰ ਪਤਾ ਨਹੀਂ, ਜੇਕਰ ਏ ਦੀ ਬਚਤ ਨਾ ਕਹਿ ਕੇ ਆਪਾਂ ਏ ਦਾ ਖਰਚ ਕਹਿ ਲਈਏ, ਏ ਦਾ ਖਰਚ ਕਹਿ ਲਈਏ, ਏ ਦਾ ਖਰਚ ਕਿੰਨਾ, ਐਕਸਪੈਂਡੀਚਰ ਕਿੰਨਾ 8y। ਅੱਗੇ ਇਸ ਦੀ ਆਮਦਨ ਕਿੰਨੀ ਆ 7x ਦਾ ਕਿੰਨਾ 1/4, ਤਾਂ ਇਹ ਕੀ ਤੀ, ਇਹ ਸੇਵਿੰਗ ਤੀ, ਬਚਤ ਤੀ। ਹੁਣ ਜੇ 1/4 ਵਿੱਚੋਂ ਆਪਾਂ 1 ਬਚਾ ਰਹੇ ਹਾਂ, ਤਾਂ ਇਹਦਾ ਮਤਲਬ 3/4 ਆਪਾਂ ਖਰਚ ਕਰ ਰਹੇ ਹਾਂ, ਓਕੇ। ਹੁਣ ਕੀ ਹੋਊਗਾ, ਇਹ ਇੱਧਰ ਜਾ ਕੇ ਗੁਣਾ ਹੋ ਜਾਊਗਾ ਤੇ ਇਹ ਇੱਧਰ। ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਜੋ ਸਾਹਮਣੇ ਹੁੰਦਾ ਉਹਦਾ ਰੇਸ਼ੀਓ ਹੋ ਜਾਂਦਾ, ਇੱਥੇ ਕਿੰਨਾ ਹੋ ਜਾਊਗਾ 21 ਹੋ ਜਾਊਗਾ, ਇੱਧਰ ਜਾ ਕੇ ਕਿੰਨਾ ਹੋ ਜਾਊਗਾ 32। ਰੇਸ਼ੀਓ ਕਿੰਨਾ ਆ ਗਿਆ, ਰੇਸ਼ੀਓ ਆ ਗਿਆ 21 ਤੇ 32 ਦਾ। ਹੁਣ ਜਦੋਂ ਤੁਸੀਂ ਇਹਨਾਂ ਉੱਥੇ ਬਚਤਾਂ ਦਾ ਅਨੁਪਾਤ, ਹੁਣ ਕੀ ਕਰਨਾ, ਹੁਣ ਸਾਰੇ ਥਾਵੇਂ y ਨੂੰ ਇੱਥੇ x ਦਾ ਇੱਥੇ ਗੁਣਾ ਕਰ ਦੋ, ਇੱਥੇ ਗੁਣਾ ਕਰ ਦੋ x, ਸਾਰੇ ਥਾਵੇਂ x ਨੂੰ ਗੁਣਾ ਕਰ ਦੋ, ਜਿੱਥੇ ਜਿੱਥੇ x ਦੇ ਰੱਖਿਆ। ਹੁਣ ਇਹ ਸਾਰੀ x ਤੀ, ਇਹ x ਵੈਰੀਏਬਲ ਐਂਡ ਇਹ y ਤੀ। ਇਸ ਤਰ੍ਹਾਂ ਹੁਣ ਇਹਨੂੰ y ਨੂੰ ਗੁਣਾ ਕਰ ਦਿਓ, y ਕਿੰਨਾ 21, ਇੱਥੇ 21 ਆ ਗਿਆ, ਐਂਡ ਇੱਥੇ ਵੀ 21 ਆ ਗਿਆ। ਹੁਣ ਜਦੋਂ ਇਹਨਾਂ ਨੂੰ ਗੁਣਾ ਕਰਕੇ ਜਿੰਨਾ ਵੀ ਆ ਗਿਆ, ਉਹਦੇ ਵਿੱਚੋਂ ਇਹਨੂੰ ਹੇਠਾਂ ਵਾਲੇ ਨੂੰ ਮਾਈਨਸ ਕਰ ਦਿਓ, ਦੋਨਾਂ ਡਿਫਰੈਂਸ ਕੀ ਹੋ ਜਾਊਗਾ, ਸੇਵਿੰਗ ਹੋ ਜਾਊ। ਇਹ ਤੁਹਾਡਾ ਆਨਸਰ ਹੋਊਗਾ, ਠੀਕ ਆ। ਇਹ ਤੁਸੀਂ ਆਪ ਕਰ ਲਿਓ ਹੁਣ, ਓਕੇ। ਨੈਕਸਟ ਕੁਐਸਚਨ ਦੇਖੋ ਹੁਣ, A, B ਅਤੇ C ਦੀ ਆਮਦਨ, the ratio of the income A, B and C is 3, 4, 5 and the ratio of expenditure 4, 5, 6. Saving of is 1/6 of its income, then find the ratio of their savings. ਬਿਲਕੁਲ ਸੇਮ ਆ, ਉਹੀ ਆ ਕੁਐਸਚਨ। ਜੇ ਇਨਕਮ ਉਹਦੀ 6 ਆ, ਉਹਦੇ ਵਿੱਚੋਂ 1 ਖਰਚ ਕਰ ਰਿਹਾ,
ਜੇ ਇਨਕਮ ਉਹਦੀ 6 ਆ, ਉਹਦੇ ਵਿੱਚੋਂ 1 ਸੇਵਿੰਗ ਕਰ ਰਿਹਾ, 1 ਦੀ ਸੇਵਿੰਗ ਕਰ ਰਿਹਾ, ਇਨਕਮ ਕਿੰਨੀ ਆ 6 ਦੀ। ਹੁਣ ਇਹਦਾ ਮਤਲਬ ਕੀ ਆ, ਉਹ 5 ਖਰਚ ਕਰ ਰਿਹਾ, 6 ਵਿੱਚੋਂ 5 ਇਹ ਕੀ ਆ ਐਕਸਪੈਂਡੀਚਰ, ਇਹ ਇਨਕਮ ਆ ਇਹ। ਹੁਣ ਮੈਂ ਕੀ ਕਹਿ ਸਕਦਾ ਇਹਨੂੰ 3x, ਫਿਰ ਕੀ ਆ ਕੁਐਸਚਨ ਤੇ ਆ ਜਾਓ, ਏ ਦੀਆਂ ਬਚਤ, ਏ ਦੀ ਬਚਤ ਨਾ ਕਹਿ ਕੇ ਏ ਦਾ ਖਰਚ ਕਿੰਨਾ 5/6, 5/6 ਆਮਦਨ ਦਾ 5/6 ਹੈ। ਆਮਦਨ ਕਿੰਨੀ ਆ ਉਹਦੀ, ਆਮਦਨ 3x ਤੇ ਕੀ ਆ ਏ ਦੀ ਬਚਤ, ਇਸ ਦੀ ਆਮਦਨ ਦਾ, ਏ ਦੀ ਬਚਤ ਇਸ ਦੀ ਆਮਦਨ ਦਾ 5/6 ਹਿੱਸਾ ਹੈ। ਏ ਦੀ ਬਚਤ ਕਿੰਨੀ ਆ ਇਹ ਸਾਨੂੰ ਪਤਾ ਨਹੀਂ, ਬਟ ਸਾਨੂੰ ਖਰਚ ਪਤਾ ਕਿੰਨਾ, ਏ ਦਾ 4x 4y, ਇਹਨੂੰ ਅੱਡ ਵੈਰੀਏਬਲ ਲੈਣਾ ਆਪਾਂ। ਜਦੋਂ ਹੁਣ ਇਹਨੂੰ ਸੋਲਵ ਕਰੋਗੇ, ਇਹਨੂੰ ਸੋਲਵ ਕਰਕੇ ਜੋ ਤੁਹਾਡਾ ਆਊਗਾ ਉਹਨੂੰ XY ਦੀ ਜਗ੍ਹਾ ਤੇ ਰੱਖ ਦੋਗੇ। ਇਹ ਬਿਲਕੁਲ ਸੇਮ ਆ, ਉਸੇ ਤਰੀਕੇ ਨਾਲ ਉਹੀ ਕਰ ਦੇਣਾ ਤੁਸੀਂ। ਇਹ ਤੁਹਾਡਾ ਅੱਗੇ ਹੋਮਵਰਕ ਹੋ ਗਿਆ। ਹੁਣ ਨੈਕਸਟ ਕੁਐਸਚਨ ਦੇਖੋ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਸ ਤਰੀਕੇ ਨਾਲ ਬਹੁਤ ਕੁਐਸਚਨ ਆਉਂਦੇ ਨੇ ਤੁਹਾਡੇ ਪੰਜਾਬ ਪੁਲਿਸ ਵਿੱਚ ਹੋ ਗਿਆ, ਜਾਂ ਹੁਣ ਤੁਸੀਂ ਲਾਸਟ ਈਅਰ ਜਿਹੜਾ ਪੇਪਰ ਹੋਇਆ ਸੀ ਪੰਜਾਬ ਪੁਲਿਸ SI ਦਾ, ਇਹਦੇ ਵਿੱਚ ਦੇਖਿਆ ਹੋਊਗਾ 2 ਤੋਂ 3 ਕੁਐਸਚਨ ਇਸ ਟਾਈਪ ਦੇ ਸੀ। ਦੇਖੋ, ਮਿਸ਼ਰਣ ਵਿੱਚ ਦੁੱਧ ਅਤੇ ਪਾਣੀ ਦਾ ਅਨੁਪਾਤ, ਕੋਈ ਮਿਕਸਚਰ ਆ ਉਹਦੇ ਵਿੱਚ ਵਾਟਰ ਐਂਡ ਮਿਲਕ, ਦੁੱਧ ਅਤੇ ਪਾਣੀ ਦਾ, ਦੁੱਧ ਕਿੰਨਾ 21 ਤੇ ਵਾਟਰ 4। ਜੇ ਪਾਣੀ ਦੀ ਮਾਤਰਾ ਮੈਂ ਮੰਨ ਰਿਹਾ ਵੀ ਮਿਕਸਚਰ ਆ ਉਹਦੇ ਵਿੱਚ 4 ਕੁਛ ਵੀ 4 ਲੀਟਰ ਹੋ ਸਕਦਾ, 4 ਗ੍ਰਾਮ ਹੋ ਸਕਦਾ, 4 ਮਿਲੀਲੀਟਰ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਹੁਣ 4 ਜਿਹੜਾ ਅਸੀਂ ਅਜ਼ਿਊਮ ਕੀਤਾ, ਇਹ ਐਕਚੁਅਲ ਦੇ ਵਿੱਚ ਕਿੰਨਾ 8 ਲੀਟਰ ਹੈ। ਜਿਹੜਾ ਪਾਣੀ ਆ, ਪਾਣੀ 4 ਇਹ ਕਿਹਦੇ ਬਰਾਬਰ 8 ਦੇ। ਤਾਂ ਇਸ ਮਿਸ਼ਰਣ ਵਿੱਚ, ਮਿਸ਼ਰਣ ਦਾ ਕੁੱਲ ਆਇਤਨ ਜਾਂ ਕੁੱਲ ਵੋਲਿਊਮ ਪਤਾ ਕਰਨਾ ਕਿੰਨਾ 25। ਹੁਣ ਦੇਖੋ ਆਪਾਂ ਜਿਹੜਾ ਅਜ਼ਿਊਮ ਕੀਤਾ ਸੀ 4 ਤੇ 21, ਜੇ ਆਪਾਂ ਪਾਣੀ 4 ਮੰਨਿਆ ਤੀ, ਮਿਲਕ ਕਿੰਨਾ ਤੀ 21, ਇਹ ਕਿੰਨਾ ਹੋ ਗਿਆ 25। ਜੇ 4 8 ਦੇ ਬਰਾਬਰ ਆ ਤਾਂ 25 ਕਿੰਨਾ ਹੋ ਗਿਆ, 25 ਹੋ ਗਿਆ 50 ਲੀਟਰ ਦੇ ਬਰਾਬਰ। ਕਿੰਨਾ ਹੋ ਜਾਊਗਾ 50 ਲੀਟਰ, ਕਿੰਨਾ ਇਹਨੂੰ ਕਰ ਲਓ 50 ਲੀਟਰ। ਠੀਕ ਆ ਕਲੀਅਰ ਆ। ਜੇ 4 ਹੁਣ 8 ਦੇ ਬਰਾਬਰ ਸੀ ਤਾਂ 25 ਕਿਹਦੇ ਬਰਾਬਰ ਹੋਊਗਾ 50 ਦੇ। ਇਹ ਤਾਂ ਸੌਖੀ ਸੀ। ਹੁਣ ਅੱਗੇ ਦੇਖੋ ਇਹ ਕੁਐਸਚਨ ਕਿਵੇਂ ਅੱਗੇ ਵੱਧਦੇ ਨੇ, ਇਹਨਾਂ ਦਾ ਲੈਵਲ ਕਿਵੇਂ ਹਾਈ ਹੁੰਦਾ ਅੱਗੇ। 50 ਲੀਟਰ ਦੇ ਮਿਸ਼ਰਣ ਵਿੱਚ ਅਲਕੋਹਲ ਐਂਡ ਸੋਡਾ, ਕੁਛ ਨਹੀਂ ਹੋਣਾ ਅਲਕੋਹਲ ਸੁਣ ਕੇ, ਅਲਕੋਹਲ ਐਂਡ ਸੋਡੇ ਦਾ ਅਨੁਪਾਤ 3:2 ਹੈ। 6:7 ਦਾ ਅਨੁਪਾਤ ਬਣਾਉਣ ਲਈ ਕਿੰਨਾ ਸੋਡਾ ਮਿਲਾਉਣਾ ਚਾਹੀਦਾ ਹੈ। ਪਹਿਲਾਂ ਇਹਨੂੰ ਸੋਲਵ ਕਰਕੇ ਲਿਖੋ, ਇਕੁਏਸ਼ਨ ਬਣਾਓ ਕਿਵੇਂ। ਮੰਨ ਲਓ ਕੀ ਆ ਅਲਕੋਹਲ ਐਂਡ ਸੋਡੇ ਨੂੰ ਆਪਾਂ ਐਸ ਲਿਖ ਲੈਂਦੇ ਹਾਂ। ਕੀ ਆ ਅਲਕੋਹਲ ਐਂਡ ਸੋਡਾ, ਅਲਕੋਹਲ ਕਿੰਨਾ ਦਿੱਤਾ ਹੋਇਆ 3 ਅਤੇ 2 ਦਾ। ਉਸ ਤੋਂ ਬਾਅਦ ਆਪਾਂ ਕੀ ਕਰਨਾ 6:7 ਦਾ ਅਨੁਪਾਤ ਬਣਾਉਣ ਲਈ ਕਿੰਨਾ ਸੋਡਾ ਮਿਲਾਉਣਾ ਚਾਹੀਦਾ ਹੈ। ਠੀਕ ਆ, ਕਿੰਨਾ ਸੋਡਾ ਮਿਲਾਉਣਾ ਚਾਹੀਦਾ ਹੈ। ਇੱਥੇ ਕੰਸੈਪਟ ਦੇਖੋ, ਮੰਨ ਲਓ ਮੇਰੇ ਕੋਲ ਪਹਿਲਾਂ ਅਲਕੋਹਲ ਕਿੰਨਾ ਸੀ 30 ਲੀਟਰ, ਉਹਦੇ ਵਿੱਚ ਸੋਡਾ 20 ਲੀਟਰ ਸੀ। ਠੀਕ ਆ, ਹੁਣ ਆਪਾਂ ਇੱਥੇ ਕੀ ਮਿਲਾ ਰਹੇ ਹਾਂ ਸੋਡਾ ਮਿਲਾਉਣਾ। ਠੀਕ ਆ, ਸੋਡਾ ਮੰਨ ਲਓ ਮੈਂ ਕੁਛ ਲੀਟਰ ਸੋਡਾ ਮਿਲਾਇਆ, ਮੰਨ ਲਓ 5 ਲੀਟਰ ਸੋਡਾ ਮਿਲਾਤਾ, ਤਾਂ ਕੋਈ ਜਿਹੜਾ ਅਲਕੋਹਲ ਮਿਲ ਲਵੇ ਤੀ ਉਹਦੇ ਵਿੱਚ ਕੋਈ ਚੇਂਜ ਹੋਊਗਾ, ਉਹਦੇ ਵਿੱਚ ਕੋਈ ਚੇਂਜ ਨਹੀਂ ਹੋਣਾ ਨਾ। ਇਹ ਰੀਅਲ ਲਾਈਫ ਨਾਲ ਰਿਲੇਟ ਕਰੋ। ਜਿਹੜੀ ਆਪਾਂ ਮੰਨ ਲਓ ਆਪਣੇ ਲਈ ਦੁੱਧ ਤੀ 30 ਲੀਟਰ ਦੁੱਧ ਤੀ, 20 ਲੀਟਰ ਪਾਣੀ ਤੀ, ਇਹ ਮਿਕਸਚਰ ਤੀ, ਮੈਂ 5 ਲੀਟਰ ਉਹਦੇ ਵਿੱਚ ਹੋਰ ਪਾਣੀ ਪਾਤਾ, ਤਾਂ ਕਿ ਜਿਹੜਾ ਮੇਰਾ ਦੁੱਧ ਤੀ ਉਹ ਵੀ ਵੱਧ ਜੂਗਾ, ਦੁੱਧ ਤਾਂ ਉਨਾ ਹੀ ਰਹੂਗਾ, ਜਿਹੜੀ ਸਾਡੀ ਟੋਟਲ ਆ ਉਹ ਵੱਧ ਜੂਗਾ। ਉਹ ਕਿੰਨਾ ਹੋ ਜਾਊਗਾ 55 ਹੋ ਜਾਊਗਾ। ਬਟ ਜਿਹੜਾ ਪਹਿਲਾ ਮਿਕਸਚਰ ਸੀ ਉਹ 50 ਤੀ, ਇਹ 55 ਹੋ ਜਾਊਗਾ। ਬਟ ਜਿਹੜਾ ਦੁੱਧ ਆ ਉਹ ਤਾਂ ਨਹੀਂ ਵਧਣ ਲੱਗਿਆ, ਉਹ ਤਾਂ 30 ਦਾ 30 ਰਹੂਗਾ। ਇਸੇ ਤਰੀਕੇ ਨਾਲ ਹੁਣ ਕੁਐਸਚਨ ਤੇ ਆ ਜਾਓ। ਕੁਐਸਚਨ ਕੀ ਤੀ, ਪਹਿਲਾ ਰੇਸ਼ੋ 3 ਤੀ, ਹੁਣ ਸੋਡੇ ਦਾ 2 ਤੀ, ਹੁਣ ਰੇਸ਼ੋ 6 ਹੋ ਗਿਆ ਤੇ 7। ਠੀਕ ਆ, ਇੱਥੇ ਕੀ ਕਿਹਾ ਸੋਡਾ ਮਿਲਾਉਣਾ ਚਾਹੀਦਾ, ਅਨੁਪਾਤ ਬਣਾਉਣ ਲਈ ਕਿੰਨਾ ਸੋਡਾ ਮਿਲਾਉਣਾ ਚਾਹੀਦਾ ਹੈ। ਤੁਸੀਂ ਕੀ ਮਿਲਾਇਆ ਸਿਰਫ ਸੋਡਾ, ਤੇ ਅਲਕੋਹਲ ਜਿਹੜਾ ਹੈ ਉਹ ਵੀ ਚੇਂਜ ਹੋ ਰਿਹਾ। ਉਹ ਕਿਉਂ ਚੇਂਜ ਹੋ ਰਿਹਾ, ਉਹ ਨਹੀਂ ਚੇਂਜ ਹੋਣਾ ਚਾਹੀਦਾ। ਉਹਨੂੰ ਆਪਾਂ ਸੇਮ ਕਰਾਂਗੇ। ਸੇਮ ਕਰਨ ਲਈ ਕੀ ਕਰੋਗੇ, ਇਹਨੂੰ 2 ਨਾਲ ਗੁਣਾ ਕਰ ਦਿਓ। ਇੱਥੇ 6 ਆ, ਇੱਥੇ ਵੀ 6 ਬਣਾ ਦਿਓ, 2 ਨਾਲ ਗੁਣਾ ਕਰਤਾ, ਦੋਨੋਂ ਰਿਲੇਸ਼ਨ 'ਚ 2 ਇੱਥੇ ਫਿਰ 2 ਇੱਥੇ ਵੀ ਗੁਣਾ ਹੋਊ। 6:4, 6:4,
7 ਤਾਂ ਕਿੰਨਾ ਸੋਡਾ ਮਿਲਾਇਆ ਗਿਆ। ਠੀਕ ਆ, ਇਹ ਪੁੱਛਿਆ ਗਿਆ ਸਾਨੂੰ ਕਿੰਨਾ ਸੋਡਾ ਮਿਲਾਉਣਾ ਚਾਹੀਦਾ ਹੈ। ਸੋਡਾ ਕਿੰਨਾ ਮਿਲਾਇਆ ਸੀ 3 ਤੇ ਜਿਹੜੀ ਟੋਟਲ ਵੈਲੂ ਪਹਿਲਾਂ ਕਿੰਨੀ ਤੀ 6 ਤੇ 4 10 10 ਕਿਹਦੇ ਬਰਾਬਰ ਆ 50 ਲੀਟਰ ਮਿਸ਼ਰਣ। ਪਹਿਲਾਂ ਕਿੰਨਾ ਦਿੱਤਾ ਹੋਇਆ 10 ਬਰਾਬਰ ਆ 50 ਦੇ 10 ਤੇ 3 ਕਿਹਦੇ ਬਰਾਬਰ ਆ 15 ਲੀਟਰ। ਇਹ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਜਦੋਂ ਆਪਾਂ ਕੋਈ ਮਿਸ਼ਰਣ ਉਹਦੇ ਵਿੱਚ ਮਿਲਾਉਣੇ ਹੁੰਦੇ ਆ, ਮੰਨ ਲਓ ਆਪਾਂ ਦੁੱਧ ਤਾਂ ਮਿਲਾਇਆ ਹੀ ਨਹੀਂ, ਫਿਰ ਦੁੱਧ ਦਾ ਰੇਸ਼ੀਓ ਕਿਵੇਂ ਵੱਧ ਜੂਗਾ। ਦੁੱਧ ਤਾਂ ਸੇਮ ਹੋਣਾ ਚਾਹੀਦਾ। ਹੁਣ ਰੇਸ਼ੀਓ ਇੱਥੇ ਵਿੱਚ ਚੇਂਜ ਹੋ ਸਕਦਾ, ਰੇਸ਼ੀਓ ਤਾਂ ਚੇਂਜ ਹੋ ਸਕਦਾ ਬਟ ਮਿਲਕ ਤਾਂ ਉਹੀ ਰਹੂਗਾ, ਓਨੀ ਰਹਿਣਾ ਚਾਹੀਦਾ। ਠੀਕ ਆ, ਇਹ ਛੋਟੇ ਛੋਟੇ ਕੰਸੈਪਟ ਨੇ, ਇਹਨਾਂ ਨੂੰ ਨੋਟ ਕਰ ਲਓ, ਤੇ ਅੱਗੇ ਬਹੁਤ ਕੰਮ ਆਉਣਗੇ ਤੁਹਾਡੇ। ਇਹਨਾਂ ਦੀ ਕੰਸੈਪਟ ਦੀ ਕੁਐਸਚਨ ਹੋਣਗੇ ਅੱਗੇ। ਅਗਲਾ ਕੁਐਸਚਨ ਦੁੱਧ ਤੇ ਪਾਣੀ ਦਾ 3:2 ਦੇ ਅਨੁਪਾਤ ਵਿੱਚ ਮਿਲਾ ਕੇ ਮਿਲਕ ਅਤੇ ਵਾਟਰ 80 ਲੀਟਰ ਦਾ ਮਿਸ਼ਰਣ ਬਣਾਉਣਾ ਹੈ, ਉਸ ਨੂੰ ਕਿੰਨਾ ਪਾਣੀ ਮਿਲਾਉਣਾ ਚਾਹੀਦਾ ਹੈ। ਪਾਣੀ ਮਿਲਾਉਣਾ ਚਾਹੀਦਾ ਤਾਂ ਜੋ ਦੁੱਧ ਅਤੇ ਪਾਣੀ ਦਾ ਅਨੁਪਾਤ 2:3 ਹੋ ਜਾਵੇ। ਮਿਲਕ ਕਿੰਨਾ 3, ਵਾਟਰ 2, ਫਿਰ ਕਿੰਨਾ ਕਰਨਾ 2 ਅਤੇ 3 ਦਾ ਰੇਸ਼ੀਓ ਬਣਾਉਣਾ। ਕਿੰਨਾ ਅੱਗੇ 2 ਅਤੇ 3 ਦਾ ਰੇਸ਼ੀਓ ਬਣਾਉਣਾ ਸੀ, ਫਿਰ ਉਹਦੇ ਲਈ ਸੀ ਕਿੰਨਾ ਮਿਲਾਉਣਾ ਇਹ ਪੁੱਛਿਆ ਗਿਆ। ਕੀ ਪਾਉਣਾ ਕੀ ਆਪਾਂ ਮਿਸ਼ਰਣ ਕੀ ਕਰਨਾ, ਕਿੰਨਾ ਪਾਣੀ ਮਿਲਾਉਣਾ ਚਾਹੀਦਾ ਹੈ। ਜੇ ਆਪਾਂ ਪਾਣੀ ਮਿਕਸ ਕਰ ਰਹੇ ਹਾਂ ਤਾਂ ਵਾਟਰ ਮਿਕਸ ਕਰ ਰਹੇ ਹਾਂ, ਮਿਲਕ ਤਾਂ ਸੇਮ ਹੋਣਾ ਚਾਹੀਦਾ। ਹੁਣ ਦੋਨਾਂ ਨੂੰ ਸੇਮ ਕਰ ਦਿਓ, ਇੱਥੇ 2 ਨਾਲ ਇੱਥੇ 3 ਨਾਲ 6 ਬਰਾਬਰ ਹੋਣਾ ਚਾਹੀਦਾ। ਇੱਥੇ 6:4 6:9। ਪਹਿਲਾ ਮਿਕਸਚਰ ਕਿੰਨਾ ਸੀ, ਸਾਡੀ ਐਜੰਪਸ਼ਨ ਕੀ ਕਹਿੰਦੀ ਹੈ 10 ਬਟ ਐਕਚੁਅਲ 80। 10 ਬਰਾਬਰ 80 ਦੇ ਤੇ ਪਾਣੀ ਕਿੰਨਾ ਮਿਲਾਇਆ ਸੀ 5 ਬਟ ਐਕਚੁਅਲ ਕੱਢਾਂਗੇ ਜਦੋਂ ਆਪਾਂ ਰੇਸ਼ੀਓ, ਇੱਥੇ 2 ਇਹ ਕਿੰਨਾ ਆ ਗਿਆ 40 ਲੀਟਰ। ਆਂਸਰ ਸੀ। ਓਕੇ, ਸੇਮ ਤੇ ਬਿਲਕੁਲ ਬਸ ਉਸੇ ਤਰੀਕੇ ਨਾਲ। ਚਲੋ ਠੀਕ ਆ, ਇੱਥੇ ਤੱਕ ਅੱਜ ਦੀ ਕਲਾਸ ਹੁਣ ਇੱਥੇ ਤੱਕ ਰੱਖਦੇ ਹਾਂ। ਬਾਕੀ ਹੁਣ ਜੇ ਕਲਾਸ ਤੁਹਾਨੂੰ ਵਧੀਆ ਲੱਗੀ ਆ ਜਾਂ ਇੱਥੇ ਤੱਕ ਆਏ ਹੋ ਵਧੀਆ ਤਾਂ ਲੱਗੀ ਹੋਊਗੀ। ਜੇ ਇੱਥੇ ਤੱਕ ਤੁਸੀਂ ਸਾਰੀ ਕਲਾਸ ਦੇਖਦੇ ਆਏ ਹੋ ਤਾਂ ਚੰਗੀ ਤਾਂ ਲੱਗੀ ਹੋਊਗੀ। ਹੁਣ ਕਲਾਸ ਨੂੰ ਲਾਈਕ ਅਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ, ਤੇ ਬਾਕੀ ਜਿਹੜੇ ਬੱਚੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਠੀਕ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਜੇ ਤੁਹਾਨੂੰ PDF ਚਾਹੀਦੀ ਆ, ਇਹਦੀ PDF ਚਾਹੀਦੀ ਆ ਤਾਂ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ, ਉੱਥੋਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ। ਤੇ ਜਿਹੜਾ ਫਸਟ ਕਮੈਂਟ ਹੋਊਗਾ ਉੱਥੇ ਵੀ ਪਿੰਨ ਕੀਤਾ ਹੋਇਆ ਲਿੰਕ ਨੂੰ, ਉੱਥੋਂ ਤੁਸੀਂ ਕਰ ਸਕਦੇ ਹੋ ਜੁਆਇਨ। ਬਾਕੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ। ਜਦ ਲਈ ਬਾਏ ਬਾਏ, ਜੈ ਹਿੰਦ।